ਅੱਖਰ ਅੱਖਰ ਮੋਤੀ ਬਣਦੇ ਮੋਤੀਆਂ ਤੋਂ ਫਿਰ ਮਾਲਾ, ਅੱਖਰ ਅੱਖਰ ਮੋਤੀ ਬਣਦੇ ਮੋਤੀਆਂ ਤੋਂ ਫਿਰ ਮਾਲਾ, ਆਓ ਮੁੜ ਤੋਂ ਗੂੜਾ ਕਰੀਏ ਰਿਸ਼ਤਾ ਸਾਹਿਤਕ ਤੰਦਾਂ ਵਾਲਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਜਸ ਪੰਜਾਬੀ ਦੇ ਨਾਲ ਤੇ ਸ਼ੁਰੂ ਕਰਨ ਲੱਗੇ ਪ੍ਰੋਗਰਾਮ ਸਾਹਿਤਕ ਤੰਦਾਂ। ਪਿਆਰੇ ਦਰਸ਼ਕੋ, ਤੁਹਾਨੂੰ ਪਤਾ ਹੈ ਕਿ ਇਹ ਉਚੇਚ ਕੀਤੀ ਹੈ, ਉਪਰਾਲਾ ਕੀਤਾ ਹੈ ਕਿ ਤੁਸੀਂ ਬਹੁਤ ਮਿਹਨਤ ਦੇ ਨਾਲ ਆਪਣੀ ਰੋਜ਼ੀ ਰੋਟੀ ਦੇ ਲਈ ਆਪਣੀ ਧਰਤੀ, ਆਪਣਾ ਦੇਸ਼ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਗਏ। ਉੱਥੇ ਤੁਸੀਂ ਬਹੁਤ ਮਿਹਨਤਾਂ ਕੀਤੀਆਂ, ਤਰੱਕੀਆਂ ਕੀਤੀਆਂ, ਪੂਰੀ ਦੁਨੀਆ ਦੇ ਵਿੱਚ ਪੰਜਾਬੀ ਕੌਮ ਦਾ ਨਾਮ ਚਮਕਾਇਆ। ਜਿੱਥੇ ਜਿੱਥੇ ਤੁਸੀਂ ਗਏ ਉੱਥੇ ਤੁਸੀਂ ਪੰਜਾਬੀ ਨਾਲ ਲੈ ਕੇ ਗਏ। ਇਹ ਉਹ ਅਮੀਰ ਵਿਰਸਾ ਹੈ, ਇਹ ਉਹ ਅਮੀਰ ਵਿਰਾਸਤ ਹੈ ਜਿਹੜੀ ਗੁਰੂਆਂ ਤੋਂ ਸ਼ੁਰੂ ਹੋਈ, ਜਿਹੜੀ ਉਸ ਲਿਪੀ ਤੋਂ ਸ਼ੁਰੂ ਹੋਈ ਜਿਸ ਦੇ ਵਿੱਚ ਕਿੰਨੀਆਂ ਹੀ ਉਪ ਬੋਲੀਆਂ ਤੇ ਕਿੰਨੀਆਂ ਉਪ ਭਾਸ਼ਾਵਾਂ ਆਈਆਂ। ਅਸੀਂ ਇਹ ਤਰੱਦਦ ਕੀਤਾ, ਅਸੀਂ ਇਹ ਕੋਸ਼ਿਸ਼ ਕੀਤੀ ਕਿ ਆਪਣੀ ਬੋਲੀ ਨੂੰ, ਆਪਣੇ ਮਾਣ ਨੂੰ, ਆਪਣੇ ਸੱਭਿਆਚਾਰ ਨੂੰ ਜਿਸ ਤਰੀਕੇ ਨਾਲ ਸਾਂਭਿਆ ਜਾ ਸਕਦਾ ਉਸ ਦਾ ਹੀਲਾ ਜ਼ਰੂਰ ਕੀਤਾ ਜਾਵੇ। ਇਸੇ ਕਰਕੇ ਪ੍ਰੋਗਰਾਮ ਸਾਹਿਤਕ ਤੰਦਾਂ ਸ਼ੁਰੂ ਕੀਤਾ ਔਰ ਹਰ ਵਾਰ ਅਸੀਂ ਕਿਸੇ ਨਾ ਕਿਸੇ ਉਸ ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਜਿਹੜੇ ਬੋਲੀ ਦੇ ਲਈ, ਭਾਸ਼ਾ ਦੇ ਲਈ, ਲਿਪੀ ਦੇ ਲਈ, ਸ਼ਬਦਾਂ ਦੇ ਲਈ ਕੁਝ ਨਾ ਕੁਝ ਕਰ ਰਹੇ ਨੇ। ਅੱਜ ਮੈਨੂੰ ਬਹੁਤ ਖੁਸ਼ੀ ਆ। ਉਹ ਖੁਸ਼ੀ ਇਸ ਕਰਕੇ ਕਿ ਬੜੇ ਘੱਟ ਸਬਬ ਬਣਦੇ ਆ ਕਿ ਜਦੋਂ ਸਾਡੇ ਵਾਲੀ ਪੀੜ੍ਹੀ ਦੇ ਨੌਜਵਾਨ ਜਿਹੜੇ ਉਹ ਆਪਣੀ ਹਰਫਕਾਰੀ ਕਰਦੇ ਹੋਏ ਪੰਜਾਬ ਦਾ ਨਹੀਂ, ਪੂਰੇ ਪੰਜਾਬੀ ਕੌਮ ਦਾ ਨਾਂ ਉੱਚਾ ਕਰ ਰਹੇ ਹੁੰਦੇ ਪੂਰੀ ਦੁਨੀਆ ਦੇ ਵਿੱਚ ਆਪਣੀ ਸਾਹਿਤਕਾਰੀ ਦੇ ਨਾਲ। ਇਲਾਕਾ ਪੇਂਡੂ ਹੈ, ਠੇਠ ਮਾਲਵੇ ਦੇ ਇਲਾਕੇ ਦਾ ਪਿੰਡ, ਔਰ ਉਸ ਪਿੰਡ ਦਾ ਇੱਕ ਨੌਜਵਾਨ ਆਪਣੀ ਪੜ੍ਹਾਈ ਸ਼ੁਰੂ ਕਰਦਾ। ਆਪਣੀ ਪੜ੍ਹਾਈ ਤੋਂ ਮਹਿੰਦਰਾ ਕਾਲਜ ਪਟਿਆਲੇ, ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲੇ, ਤੇ ਉਸ ਤੋਂ ਬਾਅਦ PhD ਯਾਨੀ ਕਿ ਡਾਕਟਰੇਟ ਦਾ ਸਫ਼ਰ ਆਪਣੇ ਨਾਮ ਦੇ ਅੱਗੇ ਡਾਕਟਰ ਲਗਵਾਉਣ ਦੇ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਹੁੰਚ ਜਾਂਦਾ ਹੈ, ਜਿਹੜੀ ਕਿ ਪਹਿਲਾਂ ਪੰਜਾਬ ਯੂਨੀਵਰਸਿਟੀ ਲਾਹੌਰ ਹੁੰਦੀ ਸੀ, ਹੋਣੀ ਵੀ ਚਾਹੀਦੀ ਸੀ, ਪਰ ਸਮੇਂ ਦੇ ਗੇੜ ਨੇ ਲਾਹੌਰੋਂ ਚੱਲੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਗਈ ਤੇ ਹੁਣ ਸਾਡੇ ਕੋਲ ਸਾਡੇ ਪੰਜਾਬੀਆਂ ਨੂੰ ਸਾਂਭਿਆ ਹੋਇਆ। ਮੈਂ ਨਾ ਕਈ ਦਿਨ ਇੱਕ ਗਲਤੀ ਕਰਦਾ ਰਿਹਾ। ਉਹ ਗਲਤੀ ਇਹ ਸੀ ਕਿ ਇੱਕ ਬੜੀ ਕਮਾਲ ਦੀ ਗਜ਼ਲ ਹੈ ਪੰਜਾਬੀ ਸਾਹਿਤਕਾਰੀ ਦੀ ਸਿਨਫ ਦੀ। ਉਸ ਗਜ਼ਲ ਨੂੰ ਮੈਂ ਪੰਜਾਬੀ ਦੇ ਇੱਕ ਵੱਡੇ ਸ਼ਾਇਰ ਦੇ ਨਾਮ ਲਾਉਂਦਾ ਰਿਹਾ, ਪਰ ਉਹ ਭੁਲੇਖਾ ਮੇਰਾ ਕੁਝ ਦਿਨ ਪਹਿਲਾਂ ਦੂਰ ਹੋਇਆ। ਮੈਨੂੰ ਪਤਾ ਲੱਗਿਆ ਕਿ ਉਹ ਗਜ਼ਲ ਮੇਰੇ ਅੱਜ ਦੇ ਜਿਹੜੇ ਇਸ ਸਫ਼ਰ ਦੇ ਹਮਸਫ਼ਰ ਹੋਣਗੇ ਉਹਨਾਂ ਦੀ ਲਿਖੀ ਹੋਈ, ਔਰ ਮੇਰਾ ਸਿਰ ਮਾਣ ਨਾਲ ਬਹੁਤ ਉੱਚਾ ਹੋਇਆ। ਮੈਨੂੰ ਆਪਣੇ ਆਪ 'ਤੇ ਗਿਲਾ ਵੀ ਹੋਇਆ ਕਿ ਮੇਰੀ ਜਾਣਕਾਰੀ ਦੇ ਵਿੱਚ ਇਹ ਗਲਤੀ ਸੀ। ਉਸ ਗਜ਼ਲ ਦਾ ਮਤਲਬ ਪੇਸ਼ ਕਰਦਾ ਤੁਹਾਡੇ ਸਾਹਮਣੇ। ਮਿਟਾਉਣਾ ਖੁਦ ਨੂੰ ਆਪਣੇ ਆਪ ਦਾ ਵਿਸਥਾਰ ਵੀ ਕਰਨਾ, ਮਿਟਾਉਣਾ ਖੁਦ ਨੂੰ ਆਪਣੇ ਆਪ ਦਾ ਵਿਸਥਾਰ ਵੀ ਕਰਨਾ, ਕਿ ਰਹਿਣਾ ਦਾਇਰਿਆਂ ਵਿੱਚ ਵੀ ਤੇ ਉਸ ਨੂੰ ਪਿਆਰ ਵੀ ਕਰਨਾ। ਇਹ ਦਿੱਲੀ ਬੇਦਿਲੀ ਹੈ ਜਿਸ ਦਾ ਮਕਸਦ ਹੈ ਕੁਝ ਐਦਾਂ ਦਾ। ਇਹ ਦਿੱਲੀ, ਉਹ ਦਿੱਲੀ ਜਿੱਥੇ ਆਪਾਂ 1.25 ਸਾਲ ਬੈਠ ਕੇ ਆਏ ਹਾਂ। ਇਹ ਦਿੱਲੀ ਬੇਦਿਲੀ ਹੈ ਜਿਸ ਦਾ ਮਕਸਦ ਹੈ ਕੁਝ ਐਦਾਂ ਦਾ ਕਿ ਕੋਈ ਵਿਹਲਾ ਨਹੀਂ ਛੱਡਣਾ ਤੇ ਕੋਈ ਬੇਕਾਰ ਨਹੀਂ ਕਰਨਾ, ਕੋਈ ਬੇਕਾਰ ਵੀ ਕਰਨਾ। ਮੈਨੂੰ ਲੱਗ ਰਿਹਾ ਸੀ ਕਿ ਇਹ ਗਜ਼ਲ ਸ਼ਾਇਦ ਭਾਜੀ ਗੁਰਤੇਜ ਕੁਹਾਰਵਾਲਾਂ ਦੀ ਹੈ। ਨਹੀਂ, ਇਹ ਗਜ਼ਲ ਉਸ ਦੀ ਲਿਖੀ ਹੋਈ ਹੈ ਜਿਹੜਾ ਅੱਜ ਨੌਜਵਾਨ ਆਪਣੇ ਨਾਲ 1 ਘੰਟੇ ਦੇ ਸਫ਼ਰ ਦੇ ਵਿੱਚ ਸਾਹਿਤਕਾਰੀ ਦੀ ਸਾਂਝ ਪਾਏਗਾ। ਵਾਹਿਦ ਦੀ ਲਿਖੀ ਹੋਈ ਹੈ। ਵਾਹਿਦ ਜੀ ਆਇਆਂ, ਬਹੁਤ ਮੁਬਾਰਕਾਂ। ਕਿਵੇਂ ਸਿਹਤਾਂ ਕਾਇਮ ਨੇ ਬਾਈ? ਬਹੁਤ ਵਧੀਆ ਜੀ, ਬਹੁਤ ਵਧੀਆ। ਮੇਰਾ ਤਾਂ ਯਾਰ ਭੁਲੇਖਾ ਸੀ ਕਿ ਗਜ਼ਲ ਕਿਤੇ ਬਾਈ ਗੁਰਤੇਜ ਕੁਹਾਰਵਾਲਾ ਦੀ ਲਿਖੀ ਹੋਈ ਹੈ, ਪਰ ਮੈਨੂੰ ਜਦੋਂ 20 ਦਿਨ ਪਹਿਲਾਂ ਜਾਂ ਉਦੋਂ ਲਾ ਲਈ ਆਪਾਂ ਜਦੋਂ ਅੰਮ੍ਰਿਤਸਰ ਮੁਲਾਕਾਤ ਹੋਈ ਸੀ ਜੀ, ਉਸ ਦਿਨ ਮੈਨੂੰ ਆਪਣੇ ਆਪ ਤੇ ਖਿਝ ਵੀ ਆਈ ਕਿ ਮੇਰੇ ਗਿਆਨ ਦੇ ਵਿੱਚ ਇੱਕ ਘਾਟਾ ਕਿਉਂ ਰਹਿ ਗਿਆ, ਹੁਣ ਤਾਈ ਕਿਉਂ ਰਹਿ ਗਈ। ਬਈ ਇੱਕ ਰਵਾਇਤੀ ਜਿਹਾ ਸਵਾਲ ਹੈ, ਮੈਂ ਪੁੱਛਦਾ ਜ਼ਰੂਰ ਹੁੰਦਾ ਔਰ ਪੁੱਛਣ ਦਾ ਇਹ ਮਕਸਦ ਹੁੰਦਾ ਮੇਰਾ। ਹਰ ਬੰਦੇ ਦੀ ਨਾ ਇੱਕ ਜੜ ਹੁੰਦੀ ਹੈ, ਸਾਡਾ ਇੱਕ ਪਿੱਛਾ ਹੁੰਦਾ, ਸਾਡਾ ਇੱਕ ਪਰਿਵਾਰਕ ਪਿਛੋਕੜ ਹੁੰਦਾ, ਸਾਡੇ ਮਾਤਾ ਪਿਤਾ ਹੁੰਦੇ ਨੇ, ਉਹਨਾਂ ਦੀਆਂ ਰਗਾਂ ਦਾ ਖੂਨ, ਉਹਨਾਂ ਦੀਆਂ ਆਦਤਾਂ, ਉਹਨਾਂ ਦੀ ਮਿਹਨਤ, ਉਹਨਾਂ ਦੇ ਸੁਭਾਅ ਸਾਨੂੰ ਬਣਾਉਂਦੇ ਹੁੰਦੇ ਨੇ। ਸਾਡਾ ਪਿਛੋਕੜ ਸਾਡਾ ਅੱਜ ਘੜਦਾ ਹੁੰਦਾ, ਸਾਡੇ ਅੱਜ ਨੇ ਜਿਹੜਾ ਹੈ ਉਹ ਸਾਡੇ ਪਿਛੋਕੜ ਦਾ ਘੜਿਆ ਹੁੰਦਾ। ਮੈਂ ਜ਼ਰੂਰ ਚਾਹੁੰਦਾ ਕਿ ਸਾਡੇ ਦਰਸ਼ਕਾਂ ਨਾਲ ਤੁਸੀਂ ਆਪਣੇ ਪਿਛੋਕੜ ਦੀ, ਆਪਣੇ ਪਿੰਡ ਦੀ ਜੂਹ ਦੀ ਸਾਂਝ ਪਾਓ। ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਅੱਜ ਇੱਥੇ ਸਰੋਤਿਆਂ ਨਾਲ ਜੁੜਨ ਦਾ ਜਿਹੜਾ ਮੌਕਾ ਦਿੱਤਾ। ਤੇ ਮੇਰਾ ਜਿਹੜਾ ਪਿੰਡ ਮੇਰਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਖੜਿਆਲ, ਤਹਿਸੀਲ ਸਾਡੀ ਸੁਨਾਮ ਤੇ ਜ਼ਿਲ੍ਹਾ ਜਿਹੜਾ ਉਹ ਸਾਨੂੰ ਸੰਗਰੂਰ ਪੈਂਦਾ। ਊਧਮ ਸਿੰਘ ਵਾਲਾ ਸੁਨਾਮ ਤੇ ਊਧਮ ਸਿੰਘ ਦੇ ਨਾਮ ਤੇ ਜਿਹੜੀ ਕਿ ਜਾਣਿਆ ਜਾਂਦਾ। ਔਰ ਇਸ ਤੋਂ ਇਲਾਵਾ ਜਿਹੜੀ ਮੇਰੀ ਮਤਲਬ ਪਰਵਰਿਸ਼ ਜਿਹੜੀ ਹੋਈ ਆ ਉਹ ਮੇਰੇ ਆਪਣੇ ਪਿੰਡ ਖੜਿਆਲ ਤੇ ਨਾਨਕੇ ਘਰ ਜਿਹੜਾ ਉਹ ਵੀ ਸੁਨਾਮ ਦੇ ਨੇੜੇ ਪਿੰਡ ਪੈਂਦਾ, ਨੀਲੋਵਾਲ। ਹਾਂ, ਨੀਲੋਵਾਲ ਵੱਡਾ ਪਿੰਡ ਹੈ ਜੀ। ਹਾਂਜੀ ਹਾਂ, ਮਤਲਬ ਤੇ ਇਹ 2 ਪਿੰਡਾਂ ਦੇ ਵਿੱਚ ਜਾਣੀ ਕਿ ਮੇਰਾ ਬਚਪਨ ਜਿਹੜਾ ਹੈਗਾ ਉਹ ਮਤਲਬ ਬੀਤਿਆ ਜ਼ਿਆਦਾ।
ਤੇ ਪਰਿਵਾਰਕ ਤੌਰ ਤੇ ਜਿਹੜਾ ਮਤਲਬ ਮੇਰੀ ਪਰਿਵਾਰਕ ਬੈਕਗ੍ਰਾਉਂਡ ਜਿਹੜੀ ਹੈਗੀ ਆ, ਉਹ ਅਸੀਂ ਕਿਰਤੀ ਪਰਿਵਾਰ ਨਾਲ ਸੰਬੰਧਿਤ ਜਿਹੜਾ ਹੈਗਾ ਮੇਰਾ ਮਤਲਬ ਸੰਬੰਧ ਰੱਖਦਾ ਮੈਂ, ਤੇ ਕਿਰਤੀ ਕਾਮੇ ਲੋਕ ਆ ਜੀ। ਉਸ ਕਿਰਤੀ ਬੈਕਗ੍ਰਾਉਂਡ ਦੇ ਵਿੱਚ ਇਹ ਪੜ੍ਹਨ ਦਾ ਚਾਅ ਕਿਵੇਂ ਆਇਆ, ਪੜ੍ਹਨ ਦਾ ਹਲੂਣਾ ਕਿਵੇਂ ਆਇਆ? ਕਿਉਂਕਿ ਬਹੁਤੀ ਵਾਰੀ ਤਾਂ ਸਾਨੂੰ ਇਹ ਨਸੀਬ ਹੀ ਨਹੀਂ ਹੁੰਦਾ ਕਿ ਅਸੀਂ ਉੱਚ ਵਿੱਦਿਆ ਤੱਕ ਜਾਈਏ, ਜਾਂ ਸਾਨੂੰ ਮੌਕੇ ਹੀ ਨਹੀਂ ਮਿਲਦੇ ਬਾਈ। ਬਿਲਕੁਲ। ਸੋ ਮੇਰੇ ਅਸਲ 'ਚ ਗੱਲ ਯਾਦ ਆ ਗਈ ਕਿ ਮੈਂ ਜਿਨ੍ਹਾਂ ਪਰਿਵਾਰਾਂ ਦੇ ਵਿੱਚੋਂ ਆਪਾਂ ਹੈਗੇ ਆ, ਸਾਨੂੰ ਪੜ੍ਹਨਾ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਜਿਸ ਤਰ੍ਹਾਂ ਕੋਈ ਸਜ਼ਾ ਦਿੱਤੀ ਗਈ ਆ, ਹਨਾ। ਬੜੀ ਮੁਸ਼ਕਲ ਦੇ ਨਾਲ ਸਕੂਲ ਨਾਲ ਜੁੜਦੇ ਆ, ਜਾਂ ਕਹ ਲਓ ਵੀ ਕੁੱਟ-ਕੁੱਟ ਕੇ ਸਾਨੂੰ ਸਕੂਲ ਭੇਜਿਆ ਜਾਂਦਾ ਜੀ। ਫਿਰ ਉੱਥੋਂ ਅਸੀਂ ਆਨੇ ਬਹਾਨੇ ਕਿਸੇ ਵੀ ਤਰੀਕੇ ਨਾਲ ਭੱਜਦੇ ਆ ਤੇ ਪੜ੍ਹਾਈ ਤੋਂ ਬਾਰ-ਬਾਰ ਜਿਹੜਾ ਖਹਿੜਾ ਛਡਾਉਂਦੇ ਆਂਗੇ। ਤਾਂ ਸਾਡੇ ਪਰਿਵਾਰ ਦੇ ਵਿੱਚ ਮੈਂ ਜੇਠਾ, ਮਤਲਬ ਵੱਡਾ ਭਰਾਵਾਂ ਦੇ ਵਿੱਚੋਂ ਵੱਡਾ, ਤੇ ਮੇਰੇ ਤੋਂ ਪਹਿਲਾਂ ਮੇਰੇ ਮਾਂ-ਬਾਪ ਨੇ ਜਾਂ ਦਾਦਾ ਪੜਦਾਦਾ ਜੋ ਵੀ ਜਿੰਨੀਆਂ ਸਾਡੀਆਂ ਪੀੜ੍ਹੀਆਂ ਨੇ, ਉਹਨਾਂ 'ਚੋਂ ਮੈਂ ਪਹਿਲਾਂ ਜਿਹੜਾ ਸਕੂਲ ਨਾਲ ਜੁੜਿਆ। ਮੈਂ ਮਤਲਬ ਮੈਨੂੰ ਇਸ ਗੱਲ ਦਾ ਸੁਭਾਗ ਕਹਿ ਲਓ ਵੀ ਨਸੀਬ ਹੋਇਆ ਜਿਹਨੂੰ ਯੂਨੀਵਰਸਿਟੀ ਤੱਕ, ਐਮਫਿਲ ਤੱਕ ਜਾਂ PhD ਤੱਕ ਜਾਣ ਦਾ ਮੌਕਾ ਮਿਲਿਆ। ਤਾਂ ਇਹਦੇ ਕੁਝ ਕਾਰਨ ਸੀਗੇ ਸ਼ਾਇਦ ਵੀ ਜੇ ਮੈਂ ਇੱਥੇ ਤੱਕ ਆ ਪਾਇਆ। ਤਾਂ ਉਹਦੇ ਵਿੱਚ ਵੱਡਾ ਕਾਰਨ ਜਿਹੜਾ ਸੀਗਾ, ਉਹ ਸਾਡੇ ਤੇ ਕਾਮ ਕਹਾਵਤ ਇਹ ਹੁੰਦੀ ਹੈ ਵੀ ਤੁਸੀਂ 5-7 ਪੜ੍ਹ ਲਓ, ਆਪਣਾ ਨਾਮ ਲਿਖਣਾ ਸਿੱਖ ਲਓ, ਤੇ ਕੋਈ ਚਿੱਠੀ ਪੱਤਰ ਆਊਗਾ ਤੇ ਚਿੱਠੀ ਪੱਤਰ ਪੜ੍ਹਨਾ ਸਿੱਖ ਲਓਗੇ। ਨਹੀਂ ਤਾਂ ਲੱਗਣਾ ਸੀਰੀ ਹੋ ਤੁਸੀਂ, ਮਤਲਬ ਲੱਗਣਾ ਤਾਂ ਤੁਸੀਂ ਸੀਰੀ ਹੋ, ਹਨਾ, ਦਿਹਾੜੀਆਂ ਕਰਦੇ ਤੇ ਕਰਨੀਆਂ ਤਾਂ ਦਿਹਾੜੀਆਂ। ਇਹ ਕਹੀ ਇਹ ਸੱਚਾਈ ਹੈ। ਫਿਰ ਦੱਸੋ, ਮੈਂ ਰੋਕ ਰਿਹਾ ਕਿ ਇਹ ਤਲਖ ਹਕੀਕਤ ਹੈ ਸਾਡੇ ਸਮਾਜ ਦੀ, ਸਾਡੇ ਜ਼ਮਾਨੇ ਦੀ, ਕਿ ਇਹੀ ਕਿਹਾ ਜਾਂਦਾ ਵੀ 5-4 ਪੜ੍ਹ ਲਓ ਭਾਈ, ਕੋਈ ਚਿੱਠੀ ਪੱਤਰ ਕਰਨਾ ਸਿੱਖ ਜਾਓਗੇ। ਲੱਗਣੇ ਤਾਂ ਤੁਸੀਂ ਕਰਨੀਆਂ ਤਾਂ ਦਿਹਾੜੀਆਂ ਹੀ ਨੇ। ਤੁਸੀਂ ਇਹ ਨਹੀਂ ਵੇਖਦੇ ਕਿ ਉਸ ਕੌਮ ਦੇ ਨਿਰਮਾਤਾ ਡਾਕਟਰ BR ਅੰਬੇਦਕਰ ਨੇ ਕਿੰਨੀ ਘਾਲੀ ਸੀ ਇਸ ਦੇਸ਼ ਦੇ ਸੰਵਿਧਾਨ ਨੂੰ ਔਰ ਇਸ ਦੇਸ਼ ਦੇ ਵਿੱਚ ਬਰਾਬਰਤਾ ਲਿਆਉਣ ਨੂੰ। ਭਗਤ ਰਵਿਦਾਸ ਦਾ ਜ਼ਿਕਰ ਜਦੋਂ ਬਾਣੀ ਦੇ ਵਿੱਚ ਆਉਂਦਾ ਉਦੋਂ ਅਸੀਂ ਨਤਮਸਤਕ ਹੁੰਦੇ ਹਾਂ, ਪਰ ਜਦੋਂ ਉਹਨਾਂ ਦੀ ਕੈਟਾਗਰੀ ਦੀ ਗੱਲ ਆਉਂਦੀ ਹੈ, ਜਦੋਂ ਉਹਨਾਂ ਦੀ ਸ਼੍ਰੇਣੀ ਦੀ ਗੱਲ ਆਉਂਦੀ ਹੈ, ਜਦੋਂ ਉਹਨਾਂ ਦੀ ਸਮਾਜਿਕ ਪਛਾਣ ਦੀ ਗੱਲ ਆਉਂਦੀ ਹੈ, ਤਾਂ ਫਿਰ ਅਸੀਂ ਕਿਹੜੇ ਸ਼ਬਦ ਵਰਤਦੇ ਹਾਂ ਮੈਂ ਵਰਤਣਾ ਨਹੀਂ ਚਾਹੁੰਦਾ ਕੈਮਰੇ ਦੇ ਉੱਤੇ। ਇਹ ਸਾਡੇ ਲਈ ਸ਼ਰਮ ਦੀ ਗੱਲ ਹੈ ਜੀ ਬਾਈ। ਤਾਂ ਮੈਂ ਮਤਲਬ ਹੁਣ ਕਦੇ-ਕਦੇ ਸੋਚਦਾ ਹੁੰਦਾ ਤੇ ਹੱਸਦਾ ਹੁੰਦਾ ਵੀ ਸਾਡੇ ਘਰਾਂ 'ਚ ਅਸੀਂ ਕਿਹੜੀਆਂ ਚਿੱਠੀਆਂ ਹੋਣੀਆਂ ਸੀਗੀਆਂ ਜਿਹੜੀਆਂ ਮਤਲਬ ਕਿਹਦੀਆਂ ਚਿੱਠੀਆਂ ਹੁੰਦੀਆਂ, ਬੈਂਕਾਂ ਦੀਆਂ ਚਿੱਠੀਆਂ ਹੁੰਦੀਆਂ, ਇਹ ਤੁਹਾਡਾ ਲੋਨ ਪਿਆ ਜੀ, ਤੁਹਾਡੀਆਂ ਕਿਸ਼ਤਾਂ ਟੁੱਟ ਗਈਆਂ ਨੇ, ਤੇ ਉਹੀ ਪੜ੍ਹਨੀਆਂ ਹੁੰਦੀਆਂ ਨੇ। ਤੇ ਉਹਨੂੰ ਵੀ ਪੜ੍ਹਨ ਵਾਸਤੇ ਕਮ ਸੇ ਕਮ 10-12 ਪੜ੍ਹਿਆ ਹੋਇਆ ਬੰਦਾ ਤਾਂ ਉਹ ਨਹੀਂ, ਮਤਲਬ ਆਪਾਂ ਜਿਵੇਂ ਮਾਲਵੇ 'ਚ ਕਹਿੰਦੇ ਉਹ ਅੱਖਰ ਹੀ ਨਹੀਂ ਠਾਲ ਸਕਦਾ। ਤਾਂ ਮੈਂ ਮੈਟ੍ਰਿਕ ਤੱਕ ਪਿੰਡ ਦੇ ਸਕੂਲ 'ਚ ਹੀ ਪੜ੍ਹਿਆ ਜੀ ਬਾਈ। ਤੇ ਔਰ ਜਿਸ ਤਰ੍ਹਾਂ ਦੇ ਪਰਿਵਾਰਾਂ 'ਚੋਂ ਆਪਾਂ ਆਏ ਹਾਂ, ਤੇ ਸਾਡੇ ਵਾਸਤੇ ਕੋਈ ਡਾਕਟਰ, ਇੰਜੀਨੀਅਰ ਜਾਂ ਕੋਈ ਵਕੀਲ ਬਣਨਾ ਹੈ ਤਾਂ ਬਹੁਤ ਵੱਡੇ ਮਤਲਬ ਸੁਪਨੇ ਤੋਂ ਵੀ ਕਿਤੇ ਬਾਹਰ ਦੀ ਗੱਲ ਸੀ। ਤਾਂ ਮੇਰੇ ਲਈ ਬਚਪਨ ਦੇ ਵਿੱਚ ਜੋ ਗੱਲ ਦਿਮਾਗ 'ਚ ਮੇਰੇ ਭਰੀ ਗਈ ਉਹ ਸੀ ਵੀ ਆਰਮੀ 'ਚ ਜਾਣਾ। ਸਭ ਤੋਂ ਸੌਖਾ ਰਸਤਾ। ਔਰ ਇਹ ਪੰਜਾਬ ਦੀ ਇਹ ਬਦਕਿਸਮਤੀ ਕਹਿ ਲਓ, ਖੁਸ਼ਨਸੀਬੀ ਕਹਿ ਲਓ ਕਿ ਪੰਜਾਬ ਦੇ ਬਹੁਤ ਗਿਣਤੀ ਨੌਜਵਾਨ ਜਿਹੜੇ ਹੈਗੇ ਨੇ ਉਹ ਆਪਣੀ ਜਵਾਨੀ ਜਿਹੜੀ ਆ ਉਹ ਆਰਮੀ ਦੇ ਨਾਮ ਲਾਉਂਦੇ। ਬਿਲਕੁਲ। ਇਹਨੂੰ ਤੁਸੀਂ ਕਿਸੇ ਵੀ ਕੰਟੈਕਸਟ ਦੇ ਵਿੱਚ ਜਿਹੜਾ ਹੈਗਾ ਉਹ ਵਰਤ ਸਕਦੇ। ਤਾਂ ਪੰਜਾਬ ਨੂੰ ਪਲਾਨਡ ਇਸ ਤਰੀਕੇ ਨਾਲ ਕੀਤਾ ਜਾਂਦਾ ਕਿ ਉਹ ਕਿਸਾਨੀ ਤੇ ਜਿਹੜਾ ਹੈਗਾ ਆਰਮੀ ਲਈ ਮਤਲਬ ਆਪਣੇ ਆਪ ਨੂੰ ਉਹਦਾ ਮਾਈਂਡਸੈਟ ਕੀਤਾ ਜਾਂਦਾ। ਤਾਂ ਮੈਟ੍ਰਿਕ ਤੱਕ ਮੈਂ ਆਪਣੇ ਆਪ ਨੂੰ ਉਸ ਤਰੀਕੇ ਨਾਲ ਡਿਜ਼ਾਈਨ ਕੀਤਾ, ਆਪਣਾ ਮਾਈਂਡਸੈਟ ਉਸ ਤਰੀਕੇ ਨਾਲ ਕੀਤਾ, ਉਹ ਮੈਂ ਪ੍ਰੈਕਟਿਸ ਕਰਨੀ, ਐਕਸਰਸਾਈਜ਼ ਲਾਉਣੀ, ਤੇ ਨਾਲ ਮਤਲਬ ਮੈਂ ਜਿਹੜਾ ਸੀਗਾ ਸਾਡਾ ਤੂੜੀ ਦਾ ਕੰਮ ਸਾਡੇ ਪਿੰਡ ਬਹੁਤ ਚੱਲਦਾ ਤੇ ਅਸੀਂ ਉਹ ਕੰਮ ਵੀ ਕਰਦੇ ਸੀ। ਰੀਪਰ ਲਾਉਣਾ ਨਹੀਂ, ਅਸੀਂ ਸਾਡਾ ਤੂੜੀ ਦਾ ਜਿਹੜਾ ਭੂੰਗ ਭਰ ਕੇ, ਠੀਕ ਹੈ ਬਾਈ, ਠੀਕ, ਭੂੰਗ ਭਰ ਕੇ, ਤਾਂ ਭੂੰਗ ਭਰ ਕੇ ਕਦੇ ਅਸੀਂ ਮਤਲਬ ਲਾਲੜੂ ਲੈ ਕੇ ਆਉਣੇ ਆਂਗੇ, ਕਦੇ ਅਸੀਂ ਦਿੱਲੀ ਲੈ ਕੇ ਜਾਂਦੇ ਆਂਗੇ, ਕਦੇ ਜੈਪੁਰ ਲੈ ਕੇ ਜਾਂਦੇ ਆਂਗੇ, ਕਦੇ ਕਿਤੇ। ਤਾਂ ਮਤਲਬ ਉਹ ਵੀ ਇੱਕ ਐਕਸਪੀਰੀਅੰਸ ਜਿਹੜਾ ਹੈਗਾ ਉਹ ਨਾਲ ਚੱਲਦਾ। ਤਾਂ ਮੇਰੀ 2005 ਦੇ ਵਿੱਚ ਇੱਕ ਅਪ੍ਰੈਲ 'ਚ ਪਟਿਆਲੇ ਆਰਮੀ ਦੀ ਇੱਕ ਭਰਤੀ ਆਉਂਦੀ ਆ, ਤਾਂ ਮੇਰੀ ਸਿਲੈਕਸ਼ਨ ਉਹ 'ਤੇ ਹੋ ਜਾਂਦੀ ਆ। ਤਾਂ ਸਿਰਫ 1-2 ਟੈਕਨੀਕਲ ਚੀਜ਼ਾਂ ਜਿਹੜੀਆਂ ਜੋ ਵੀ ਉਹਨਾਂ ਦੇ ਡਾਕੂਮੈਂਟ ਵੈਰੀਫਿਕੇਸ਼ਨ ਦੀਆਂ ਚੀਜ਼ਾਂ ਜੀ ਉਹ ਪੈਂਡਿੰਗ ਪਈਆਂ ਹੁੰਦੀਆਂ, ਅਦਰਵਾਈਜ਼ ਫਿਜ਼ੀਕਲੀ ਟੈਸਟ ਹੋ ਗਿਆ, ਮੈਡੀਕਲ ਹੋ ਗਿਆ ਜੀ, ਉਹ ਸਾਰਾ ਕੁਝ ਫਾਈਨਲ ਹੋ ਜਾਂਦਾ। ਤਾਂ ਜਦੋਂ ਤੱਕ ਉਹ ਹੋਣੀ ਹੈ, ਜਿਹਨੂੰ ਅਸੀਂ ਸਕਰੂਟਨੀ ਬੋਲਦੇ ਹਾਂ ਜਾਂ ਜੋ ਵੀ ਕਹਿੰਦੇ ਆ, ਉਹਦੇ ਤੋਂ 1 ਜਾਂ 2 ਦਿਨ ਪਹਿਲਾਂ ਮੇਰਾ ਐਕਸੀਡੈਂਟ ਹੋ ਜਾਂਦਾ। ਔਰ ਉਹ ਐਕਸੀਡੈਂਟ ਮੇਰਾ ਮਤਲਬ ਇੰਨਾ ਖਤਰਨਾਕ ਹੁੰਦਾ ਹੈ ਕਿ ਮੈਂ ਅਗਲੇ 2 ਸਾਲ ਲਗਾਤਾਰ ਮਤਲਬ ਮੇਰੇ ਪੂਰੇ ਬੈੱਡ ਤੇ ਨਿਕਲ ਜਾਂਦਾ। ਮੈਡੀਕਲ ਅਨਫਿਟ ਹੋ ਗਿਆ। ਮੈਡੀਕਲ ਅਨਫਿਟ ਹੋ ਗਿਆ। ਔਰ ਪਰਿਵਾਰ ਦੇ ਉੱਤੇ ਕੀ ਗੁਜ਼ਰੀ ਹੋਊਗੀ ਬਾਈ? ਪਰਿਵਾਰ ਤੇ ਕੀ ਗੁਜ਼ਰੀ ਹੋਣੀ ਆ? ਇੱਕੋ ਦਮ ਤਾਂ ਇਹ ਕਿ ਇੱਕ ਪਾਸੇ ਤਾਂ ਨੌਕਰੀ ਵੱਟ ਤੇ ਪਈ ਹੈ, ਹਨਾ। ਬਿਲਕੁਲ। ਇੱਕੋ ਦਮ ਐਕਸੀਡੈਂਟ ਹੋ ਜਾਣਾ ਤੇ ਯਾਰ 2 ਸਾਲ ਲਈ ਮੰਜੇ ਤੇ ਹੋ ਜਾਣਾ, ਆਰਥਿਕ ਤੌਰ ਦੇ ਉੱਤੇ ਵੀ ਟੁੱਟ ਗਏ ਤੇ ਮੈਂਟਲੀ ਜਿਹੜਾ ਇੱਕ ਟਰਾਮਾ ਜਿਹੜਾ ਹੈਗਾ, ਸਦਮਾ ਜਿਹਨੂੰ ਕਹਿੰਦੇ ਆ ਨਾ, ਉਹ ਵੀ। ਤਾਂ ਅਕਸਰ ਮਤਲਬ ਇਹ ਹੁੰਦਾ ਕਿ ਸਦਮਿਆਂ ਦੀ ਗੱਲ ਕੀਤੀ ਜਾਂਦੀ ਹੈ, ਪਰ ਜਿਨ੍ਹਾਂ ਨੂੰ ਸਦਮੇ ਲੱਗੇ ਹੁੰਦੇ ਨੇਗੇ ਉਹਨਾਂ ਨੂੰ ਪਤਾ ਹੁੰਦਾ ਕਿ ਸਦਮੇ ਹੁੰਦੇ ਕੀ ਨੇ। ਤਾਂ ਹੁੰਦਾ ਇਹ ਹੈ ਕਿ ਵੀ ਕਿੱਥੇ ਤਾਂ ਪੇਰੈਂਟਸ ਨੂੰ ਇਹ ਲੱਗ ਰਿਹਾ ਸੀਗਾ, ਮਾਪਿਆਂ ਨੂੰ ਲੱਗਦਾ ਸੀ ਵੀ ਚਲੋ ਇਹ ਹੁਣ ਆਰਮੀ 'ਚ ਚੱਲ ਜੂਗਾ ਤੇ ਉੱਥੋਂ ਤਨਖਾਹ ਆਊਗੀ, ਅਸੀਂ ਥੋੜਾ ਜਿਹਾ ਸੌਖੇ ਹੋ ਜਾਾਂਗੇ।
ਤਾਂ ਹੁਣ ਹੋ ਗਿਆ ਉਲਟਾ ਕਿ ਤੁਹਾਨੂੰ ਮਤਲਬ ਕੋਈ ਮੇਰੇ ਖਿਆਲ ਚ 7 ਆਪਰੇਸ਼ਨ ਹੋਏ ਨੇਗੇ ਓਹ ਵਾਹਿਗੁਰੂ। ਔਰ ਦੋਵੇਂ ਮੇਰੀਆਂ ਲੱਤਾਂ ਜਿਹੜੀਆਂ ਸੀਗੀਆਂ ਫ੍ਰੈਕਚਰ ਹੋ ਗਈਆਂ, ਇਹ ਸਾਈਡ ਦੀਆਂ ਜਬੜੇ ਟੁੱਟੇ ਹੋਏ ਨੇ। ਤਾਂ ਉਹ ਮੈਨੂੰ ਤਕਰੀਬਨ 2 ਸਾਲ ਜਿਹੜੇ ਹੈਗੇ ਮੈਂ ਪੂਰੀ ਤਰ੍ਹਾਂ 1.5 ਸਾਲ ਤਾਂ ਮੈਂ ਪੈਰ ਵੀ ਨਹੀਂ ਜ਼ਮੀਨ ਤੇ ਲਾ ਸਕਿਆ ਸੀਗਾ। ਤਾਂ ਇਸ ਸਮੇਂ ਦੇ ਦੌਰਾਨ ਇੱਕ ਸਬਬ ਬਣਦਾ ਹੈ ਕਿ ਵੀ ਕਿਤਾਬਾਂ ਨਾਲ ਜੁੜਨ ਦਾ ਸਬਬ ਬਣਦਾ। ਤਾਂ ਇਹ ਸਮਾਂ ਜਿਹੜਾ ਹੈਗਾ ਉਸ ਸਮੇਂ ਮੇਰੇ ਲਈ ਬਹੁਤ ਮਤਲਬ ਭਾਰੀ ਸਮਾਂ। ਤਾਂ ਉਹ ਕਹਿੰਦੇ ਨੇ ਵੀ ਪਤਾ ਤਾਂ ਉਸੇ ਨੂੰ ਜਿਹਦੇ ਤੇ ਬੀਤ ਰਹੀ ਹੈ। ਬਾਕੀ ਇਹ ਸੀਗਾ ਵੀ ਚਲੋ ਬਾਕੀ ਲੋਕ ਤੁਹਾਡਾ ਇੱਕ ਮੋਰਲ ਸਪੋਰਟ ਤੁਹਾਨੂੰ ਦਿੰਦੇ ਆ, ਹਨਾ, ਤੁਹਾਡਾ ਹੌਸਲਾ ਬਣਦੇ ਆ, ਪਰ ਉਹ ਮੈਂਟਲੀ ਤੇ ਫਿਜ਼ੀਕਲੀ ਜਿਹੜਾ ਟੌਰਚਰ ਜਾਂ ਜਿਹੜਾ ਦੁੱਖ ਜਾਂ ਹੀਣ ਭਾਵਨਾ ਜਾਂ ਜੋ ਵੀ ਜਿਸ ਤਰ੍ਹਾਂ ਦੇ ਵੀ ਕੰਪਲੈਕਸ ਜਿਹੜੇ ਮਨ ਚ ਆ ਰਹੇ ਨੇ, ਉਹ ਮੈਨੂੰ ਪਤਾ ਵੀ ਮੈਂ ਕਿਵੇਂ ਉਹਨਾਂ ਨੂੰ ਚੀਜ਼ਾਂ ਨੂੰ ਭੋਗ ਰਿਹਾ। ਤਾਂ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਸਭ ਤੋਂ ਖੂਬਸੂਰਤ ਚੀਜ਼ ਜਿਹੜੀ ਵਾਪਰੀ ਉਹ ਸੀ ਵੀ ਮੈਂ ਸਾਹਿਤ ਨਾਲ ਜੁੜ ਗਿਆ। ਮੈਂ ਤੁਹਾਨੂੰ ਇੱਥੇ ਰੋਕਦਾ, ਬੜੀ ਜਜ਼ਬਾਤੀ ਜੀ ਕਹਾਣੀ ਚੱਲ ਰਹੀ ਆ। ਔਰ ਮੈਂ ਇਹ ਗੱਲ ਉਹੀ ਸ਼ੇਰ ਰਜਿੰਦਰਜੀਤ ਹੋਰਾਂ ਦਾ ਜਿਹੜਾ ਸ਼ੇਰ ਹੈ ਕਿ ਬੜਾ ਕੁਝ ਵਕਤ ਨੇ ਲਿਖਿਆ ਮੇਰੇ ਤਨ ਤੇ ਮੇਰੀ ਰੂਹ ਤੇ, ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮੇਰੇ ਇਤਿਹਾਸ ਤੋਂ ਪਹਿਲਾਂ। ਇਹ ਵਾਹਦ ਦੀਆਂ ਗੱਲਾਂ ਦੇ ਵਿੱਚ ਸਹੀ ਢੁੱਕਦਾ ਹੋਇਆ ਸ਼ੇਰ ਹੈ, ਬਿਲਕੁਲ ਢੁੱਕਵਾਂ ਸ਼ੇਰ ਹੈ। ਵਾਹਦ ਨਾਲ ਇਹ ਜ਼ਿੰਦਗੀ ਦੇ ਤਜਰਬੇ ਔਰ ਸਾਹਿਤਕਾਰੀ ਵੱਲ ਆਉਣ ਦਾ ਮੋੜ ਆ, ਇਹ ਸਾਰੇ ਤਜਰਬੇ ਸਾਂਝੇ ਕਰਾਂਗੇ। ਫਿਲਹਾਲ ਵਕਤ ਇੱਕ ਛੋਟੇ ਵਕਫੇ ਦਾ ਹੋਇਆ, ਛੋਟੇ ਬ੍ਰੇਕ ਦਾ ਹੋਇਆ। ਮਿਲਦੇ ਹਾਂ ਬ੍ਰੇਕ ਦੇ ਅਗਲੇ ਪਾਰ। ਬ੍ਰੇਕ ਦੇ ਇਸ ਪਾਰ ਤੁਹਾਡਾ ਮੁੜ ਤੋਂ ਸਵਾਗਤ ਹੈ। ਵਿਅਕਤੀ ਦੀ ਸ਼ਨਾਖਤ, ਇਹ ਮੈਂ ਸ਼ਬਦ ਇਸ ਕਰਕੇ ਵਰਤਿਆ, ਸ਼ਨਾਖਤ ਜਿਹੜੀ ਹੈ ਨਾ ਉਹ ਤੁਹਾਡੇ ਜੀਵਨ ਦੇ ਸਫ਼ਰ ਤੋਂ ਹੀ ਹੁੰਦੀ ਹੈ। ਚਾਂਦੀ ਦਾ ਚਮਚਾ ਮੂੰਹ ਦੇ ਵਿੱਚ ਲੈ ਕੇ ਜੰਮ ਜਾਣਾ ਜਾਂ ਕਾਮਯਾਬੀ ਪਾ ਲੈਣੀ ਉਹ ਇੱਕ ਵੱਖਰੀ ਗੱਲ ਹੈ, ਪਰ ਸੰਘਰਸ਼ਾਂ ਦੇ ਸਫ਼ਰਾਂ ਦੇ ਵਿੱਚੋਂ ਆਉਣਾ ਉਸ ਨੂੰ ਸ਼ਨਾਖਤ ਕਿਹਾ ਜਾਂਦਾ ਹੈ। ਵਾਹਿਦ ਮੁੜ ਤੋਂ ਸਵਾਗਤ। ਆਪਾਂ ਉੱਥੋਂ ਹੀ ਜੋੜਦੇ ਹਾਂ। ਤੁਸੀਂ ਮੰਜੇ ਤੇ ਪਏ ਹੋ, ਦੋਵੇਂ ਲੱਤਾਂ ਟੁੱਟੀਆਂ ਨੇ, ਜਵਾੜਾ ਟੁੱਟਿਆ, ਮਾਂ ਪਿਓ ਤੇ ਬੋਝ ਬਣ ਗਏ ਇੱਕ ਤਰ੍ਹਾਂ ਦਾ। ਹਾਲਾਂਕਿ ਮਾਂ ਪਿਓ ਬੱਚਿਆਂ ਨੂੰ ਬੋਝ ਨਹੀਂ ਮੰਨਦੇ, ਪਰ ਉਹ ਆਰਥਿਕ ਤੌਰ ਦੇ ਉੱਤੇ ਟੁੱਟਣਾ। ਉੱਥੇ ਕਿਤਾਬਾਂ ਨਾਲ ਕੌਣ ਜੋੜਦਾ ਤੇ ਕਿਵੇਂ ਜੁੜਦੇ ਹੋ? ਇੱਦਾਂ ਹੁੰਦਾ ਕਿ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੈ ਕਿ ਅਗਰ ਫੱਟ ਹੋ ਗਿਆ, ਮਤਲਬ ਸੱਟ ਲੱਗਿਆ, ਜ਼ਖਮ ਹੋ ਗਏ ਨੇਗੇ, ਤਾਂ ਹੁੰਦਾ ਕਿ ਟੀਵੀ ਨਹੀਂ ਦੇਖਣਾ। ਵੈਸੇ ਵੀ ਚਲੋ ਉਸ ਤਰ੍ਹਾਂ ਦਾ ਤਾਂ ਹੈ ਹੀ ਨਹੀਂ ਸੀ ਵੀ ਟੀਵੀ ਘਰੇ ਹੋਵੇ, ਹਨਾ। ਟੀਵੀ ਕਿੱਥੇ, ਬਿਜਲੀ ਵੀ ਸਮੇਂ ਤਾਂ ਜਦੋਂ BA ਕਰ ਰਿਹਾ ਸੀ ਉਦੋਂ ਆਈ ਹੈ ਘਰੇ। ਅੱਛਾ। ਤੇ ਤਾਂ ਮੇਰੇ ਯਾਦ ਆ ਵੀ ਹੁੰਦਾ ਸੀ ਵੀ ਟਾਈਮ ਕਿਵੇਂ ਮਤਲਬ ਲੰਘੇ, ਕਿਉਂਕਿ ਮੇਰੇ ਸਾਰਾ ਦਿਨ ਨੂੰ ਚਲਦੀ ਰਹਿੰਦੀ ਹੈ, ਰੀਲ ਚੱਲ ਪਈ ਇੱਕ ਦਿਮਾਗ ਦੇ ਵਿੱਚ ਵੀ। ਕਿਉਂਕਿ ਮੇਰੇ ਜਿਹੜੇ ਨਾਲ ਬੰਦੇ ਸਿਲੈਕਟ ਹੋਏ ਨੇਗੇ ਉਹ ਮੇਰੇ ਦੋਸਤ ਨੇ, ਉਹਨਾਂ ਚੋਂ 2-3 ਜਿਨ੍ਹਾਂ ਨਾਲ ਅਸੀਂ ਇਕੱਠੇ ਮਤਲਬ ਪੜ੍ਹਦੇ ਰਹੇ ਹਾਂ ਤੇ ਇਕੱਠੇ ਪ੍ਰੈਕਟਿਸ ਕਰਦੇ ਸੀ ਸਾਰਾ। ਮਤਲਬ ਅਸੀਂ ਕਬੱਡੀ ਮਤਲਬ ਉਸ ਤੋਂ ਪਹਿਲਾਂ ਗੇਮ ਵੀ ਲਾਉਂਦੇ ਰਹੇ। ਤਾਂ ਜਦੋਂ ਇਹ ਹੋਇਆ ਤਾਂ ਮੇਰਾ ਮਿੱਤਰ ਹੈ ਇੱਕ ਮੁੰਡਾ ਸਤਪਾਲ ਖੜਿਆਲ, ਕਬੱਡੀ ਦੇ ਬੁਲਾਰੇ ਨੇ ਤੇ ਅੱਜ ਕੱਲ੍ਹ ਉਹ ਕਬੱਡੀ ਬਾਰੇ ਹੀ ਲਿਖਦੇ। ਜੀ ਬਿਲਕੁਲ, ਮੈਨੂੰ ਪਤਾ ਜੀ। ਤਾਂ ਉਹ ਬਚਪਨ ਤੋਂ ਹੁਣ ਤੱਕ ਅਸੀਂ ਮਤਲਬ ਇਕੱਠੇ ਆ, ਇੱਕੋ ਪਿੰਡ ਆ ਸਾਡਾ, ਇੱਕੋ ਗਵਾਂਢ ਚੋਂ ਅਸੀਂ। ਤੇ ਉਹ ਬੰਦਾ ਮਤਲਬ ਮੈਨੂੰ ਇੱਕੋ ਤਰ੍ਹਾਂ ਦੀ ਸਾਡੀ ਹੋਣੀ ਆ ਦੋਵਾਂ ਦੀ। ਤਾਂ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਮਤਲਬ ਮੇਰੇ ਯਾਦ ਆ 3 ਕਿਤਾਬਾਂ ਲਿਆ ਕੇ ਦਿੱਤੀਆਂ। ਇੱਕ ਡਾਕਟਰ ਜਗਤਾਰ ਦੀ, ਸੁਰਜੀਤ ਪਾਤਰ ਦੀ ਤੇ ਸ਼ਿਵ ਕੁਮਾਰ ਦੀ। ਤਾਂ ਮੈਨੂੰ 3 ਕਿਤਾਬਾਂ ਜਦੋਂ ਦਿੱਤੀਆਂ ਤਾਂ ਮੈਨੂੰ ਉਹਨੇ ਕਿਹਾ ਕਿ ਵੀ ਤੂੰ ਇਹ ਪੜ੍ਹਿਆ ਕਰ, ਕਿਉਂਕਿ ਉਹਨੇ ਕਬੱਡੀ ਦੇ ਬੁਲਾਰੇ ਦੇ ਤੌਰ ਤੇ ਜਦੋਂ ਗਰਾਊਂਡ ਦੇ ਵਿੱਚ ਬੋਲਦਾ ਸੀਗਾ ਤਾਂ ਉਹ ਲਿਟਰੇਚਰ ਦੀਆਂ ਕਵਿਤਾਵਾਂ ਜਾਂ ਗਜ਼ਲਾਂ ਦੀਆਂ ਜੋ ਕੋਟੇਸ਼ਨਾਂ ਨੇ ਉਹ ਬਹੁਤ ਜ਼ਿਆਦਾ ਮਤਲਬ ਚੱਲਦੀਆਂ। ਤਾਂ ਜਿਹੜੀਆਂ ਉਹ ਕਿਤਾਬਾਂ ਸੀਗੀਆਂ, ਉਹ ਕਿਤਾਬਾਂ ਮੈਨੂੰ ਮੇਰੇ ਲਈ ਵਰਦਾਨ ਵਾਂਗੂ ਮਤਲਬ ਇੱਕ ਤਰ੍ਹਾਂ ਨਾਲ ਸਾਬਤ ਹੋਈਆਂ। ਤੇ ਉਹ ਬੰਦਾ ਬਿਲਕੁਲ ਮੇਰੇ ਲਈ ਮੈਨੂੰ ਇਹ ਲੱਗਦਾ ਕਿ ਮੇਰੀ ਇੱਕ ਤਰ੍ਹਾਂ ਜਿਵੇਂ ਮਸੀਹਾ ਸਾਡੇ ਲਈ। ਸਲੂਟ ਯਾਰ ਐਸੀ ਜਾ ਰਹੀ। ਹਾਲਾਂਕਿ ਅਸੀਂ ਹੁਣ ਵੀ ਬਹੁਤ ਅੱਛੇ ਦੋਸਤ ਹਾਂ, ਸਾਡਾ ਹਜੇ ਵੀ ਮਤਲਬ ਰਾਬਤਾ ਉਵੇਂ ਹੀ ਆ, ਪਰ ਜੋ ਇੱਕ ਬੰਦੇ ਪ੍ਰਤੀ ਅਹਿਸਾਨ ਹੈ ਮੇਰਾ, ਮੈਂ ਮਤਲਬ ਉਹਦੇ ਲਈ ਅਹਿਸਾਨ ਮੰਨਦਾ। ਮਤਲਬ ਜੋ ਮੈਂ ਨਹੀਂ ਮਤਲਬ ਘੱਟੋ ਘੱਟ ਸ਼ਬਦਾਂ 'ਚ ਤਾਂ ਕਦੇ ਮੈਂ ਸਮਝ ਸਕਦਾ ਉਸ ਕਈ ਤੁਸੀਂ ਉਹ ਲਿਖਿਆ ਇੱਥੇ ਕਿਤੇ ਕਿ ਸ਼ਬਦਾਂ ਦਾ ਇੱਕ ਤੁਸੀਂ ਉਹ ਲਿਖਿਆ ਸੀ ਕਿ ਬੰਦਾ ਸਾਰਾ ਸ਼ਬਦਾਂ ਦੇ ਵਿੱਚ ਨਹੀਂ ਹੈਗਾ ਨਾ, ਕਿ ਕੀ ਹੈ ਉਹ ਸਾਰੀ ਨਜ਼ਮ, ਉਹ ਸਾਰੀ ਗਜ਼ਲ ਵੀ ਆ ਜੇ ਪਲੀਜ਼। ਪਿਆਰੇ ਦਰਸ਼ਕੋ, ਜਿਹੜੀਆਂ ਗੱਲਾਂ ਚੱਲ ਰਹੀਆਂ ਨੇ, ਗੱਲਾਂ ਦੇ ਵਿੱਚੋਂ ਨਾ ਮੈਂ ਜਦੋਂ ਤੁਹਾਨੂੰ ਜਿਹੜੀਆਂ ਸਿਨਫਾਂ ਸੁਣਾਵਾਂਗਾ, ਉਹ ਸਿਨਫਾਂ ਸੱਚਮੁੱਚ ਤੁਹਾਡੇ ਸੁਣਨ ਵਾਲੀਆਂ ਹੋਣਗੀਆਂ ਕਿ ਐਡਾ ਖੂਬਸੂਰਤ ਲਿਖਦੇ ਨੇ ਵਾਹਦ ਹੋਰੀ, ਐਡਾ ਕਮਾਲ ਦਾ ਲਿਖਦਾ ਵਾਹਦ। ਸਾਰਾ ਬੰਦਾ ਕਦ ਆਉਂਦਾ ਹੈ, ਸਾਰਾ ਕਦ ਆਉਂਦਾ ਹੈ ਬੰਦਾ ਸ਼ਬਦਾਂ ਵਿੱਚ, ਬਚਦੇ ਨੂੰ ਅੱਖਾਂ ਵਿੱਚੋਂ ਡੋਲਣਾ ਪੈਣਾ ਸੀ। ਇਹ ਸਾਰੀ ਨਜ਼ਮ ਗਜ਼ਲ ਹੀ ਤੁਹਾਨੂੰ ਮੈਂ ਸੁਣਾ ਦਿੰਦਾ। ਸੋ ਇਹ ਗਜ਼ਲ ਦਾ ਮਤਲਬ ਹੈ ਕਿ ਕਿਸਮਤ ਦੀ ਹਿੱਕ ਵਿੱਚ ਵੀ ਵੱਜਣਾ ਪੈਣਾ ਸੀ, ਕਿਸਮਤ ਦੀ ਹਿੱਕ ਵਿੱਚ ਵੀ ਵੱਜਣਾ ਪੈਣਾ ਸੀ, ਆਖਿਰ ਇਸ ਤੋਂ ਅੱਗੇ ਲੰਘਣਾ ਪੈਣਾ ਸੀ।
ਮੇਰੇ ਕੰਨਾਂ ਨੂੰ ਸਨ ਮੁੰਦਰਾਂ ਤੰਗਦੀਆਂ, ਮੇਰੇ ਕੰਨਾਂ ਨੂੰ ਸਨ ਮੁੰਦਰਾਂ ਤੰਗਦੀਆਂ, ਮੈਨੂੰ ਆਪਣਾ ਗੋਰਖ ਲੱਭਣਾ ਪੈਣਾ ਸੀ। ਖਾਕ ਸਮੇਂ ਦੀ ਅੰਬਰ ਕਰਨੀ ਪੈਣੀ ਸੀ, ਖਾਕ ਸਮੇਂ ਦੀ ਅੰਬਰ ਕਰਨੀ ਪੈਣੀ ਸੀ, ਉਸ ਚੋਂ ਫਿਰ ਤਾਰੇ ਜਿਉਂ ਟੁੱਟਣਾ ਪੈਣਾ ਸੀ। ਅਹਿਸਾਸਾਂ ਚਾਵਾਂ ਦੇ ਪੁੰਗਰਨ ਦੀ ਖਾਤਰ, ਅਹਿਸਾਸਾਂ ਚਾਵਾਂ ਦੇ ਪੁੰਗਰਨ ਦੀ ਖਾਤਰ ਅੰਦਰੋਂ ਸਖਤਾਈ ਨੂੰ ਤਿੜਨਾ ਪੈਣਾ ਕਿ ਠੋਕਰ ਖਾ ਸਕਦੇ ਸਨ ਹੋਰ ਵੀ ਮੇਰੇ ਤੋਂ, ਠੋਕਰ ਖਾ ਸਕਦੇ ਸਨ ਹੋਰ ਵੀ ਮੇਰੇ ਤੋਂ, ਮੈਨੂੰ ਡਿੱਗੇ ਨੂੰ ਖੁਦ ਉੱਠਣਾ ਪੈਣਾ ਸੀ। ਮੇਰਾ ਫੇਵਰਿਟ ਸ਼ੇਅਰ ਹੈ। ਬਹੁਤ ਸ਼ੁਕਰੀਆ ਕਿ ਠੋਕਰ ਖਾ ਸਕਦੇ ਸਨ ਹੋਰ ਵੀ ਮੇਰੇ ਤੋਂ, ਮੈਨੂੰ ਡਿੱਗੇ ਨੂੰ ਖੁਦ ਉੱਠਣਾ ਪੈਣਾ ਸੀ ਕਿ ਆਪਣੇ ਮੇਚ ਦੀ ਸੂਲੀ ਲੱਭਣੀ ਸੀ ਸਭ ਨੇ, ਆਪਣੇ ਮੇਚ ਦੀ ਸੂਲੀ ਲੱਭਣੀ ਸੀ ਸਭ ਨੇ, ਆਪਣੇ ਸੱਚ ਦਾ ਮਾਨ ਵੀ ਰੱਖਣਾ ਪੈਣਾ ਸੀ। ਉਹ ਆਖਰੀ ਸ਼ੇਰ ਇਹਦਾ ਕਿ ਸਾਰਾ ਕਦ ਆਉਂਦਾ ਹੈ ਬੰਦਾ ਸ਼ਬਦਾਂ ਵਿੱਚ, ਸਾਰਾ ਕਦ ਆਉਂਦਾ ਹੈ ਬੰਦਾ ਸ਼ਬਦਾਂ ਵਿੱਚ, ਬਚਦੇ ਨੂੰ ਅੱਖਾਂ ਚੋਂ ਡੁੱਲਣਾ ਪੈਣਾ ਸੀ। ਓਏ ਹੋਏ ਹੋਏ ਹੋਏ, ਕਿਸਮਤ ਦੀ ਹਿੱਕ ਵਿੱਚ ਵੀ ਵੱਜਣਾ ਪੈਣਾ ਸੀ, ਆਖਿਰ ਇਸ ਤੋਂ ਅੱਗੇ ਲੰਘਣਾ ਪੈਣਾ ਸੀ। ਬਈ ਕਦੋਂ ਫਿਰ ਸ਼ੁਰੂਆਤ ਹੁੰਦੀ ਹੈ? ਜਗਤਾਰ ਨੂੰ ਪੜ੍ਹ ਲਿਆ, ਸ਼ਿਵ ਨੂੰ ਪੜ੍ਹ ਲਿਆ ਉਹਨਾਂ ਸਮਿਆਂ ਦੇ ਵਿੱਚ, ਡਾਕਟਰ ਸੁਰਜੀਤ ਪਾਤਰ ਨੂੰ ਪੜ੍ਹ ਲਿਆ, ਕਦੋਂ ਸ਼ੁਰੂਆਤ ਹੁੰਦੀ ਹੈ ਕਿ ਵਾਹਦ ਨੂੰ ਲੱਗਦਾ ਕਿ ਹੁਣ ਮੇਰੇ ਅੰਦਰੋਂ ਉਸ ਸਿਨਫ ਦਾ ਜਿਹੜਾ ਚਸ਼ਮਾ ਹੈ ਉਹ ਸ਼ਾਇਦ ਫੁੱਟ ਸਕਦਾ? ਪਹਿਲਾਂ ਤਾਂ ਮੈਂ ਮਤਲਬ ਜਦੋਂ ਉਹ ਕਿਤਾਬਾਂ ਮੈਨੂੰ ਮਤਲਬ ਮਿਲਦੀਆਂ ਨੇ ਤਾਂ ਉਹਨਾਂ ਚੋਂ ਬਹੁਤ ਸਾਰਾ ਹਿੱਸਾ ਤਾਂ ਮੇਰੇ ਸਿਰ ਉੱਪਰ ਦੀ ਲੰਘਦਾ। ਡਾਕਟਰ ਜਗਤਾਰ ਦੀ ਕੋਈ ਟਾਮੀ ਟੱਲੀ ਲਾਈਨ ਮੇਰੇ ਪੱਲੇ ਪੈਂਦੀ ਆ, ਕਿਉਂਕਿ ਇੱਕ ਤਾਂ ਉਸ ਤੋਂ ਪਹਿਲਾਂ ਮੇਰਾ ਤੇਰੀ ਇਮਾਨਦਾਰੀ ਦਾ ਵੀ ਕਾਇਲ ਕਿ ਤੁਸੀਂ ਆਪ ਹੀ ਕਿਹਾ ਕਿ ਕਈ ਵਾਰੀ ਉਹ ਚੀਜ਼ਾਂ ਉੱਪਰ ਦੀ ਉਹ ਨਿਕਲ ਗਈਆਂ ਹਨ। ਨਹੀਂ ਬਹੁਤੇ ਬੰਦੇ ਬਣਾ ਕੇ ਕਹਿੰਦੇ ਆ ਕਿ ਮੈਨੂੰ ਤਾਂ ਯਾਰ ਬੜਾ ਮੈਨੂੰ ਮਤਲਬ ਨਹੀਂ, ਮੇਰੇ ਪੱਲੇ ਨਹੀਂ ਪੈ ਰਿਹਾ ਸੀ ਕੁਝ ਵੀ ਉਹ। ਹਾਲਾਂਕਿ ਉਸ ਤੋਂ ਬਾਅਦ ਪਤਾ ਲੱਗਦਾ ਕਿ ਹਰ ਮੋੜ ਤੇ ਸਲੀਬਾਂ ਦਾ ਮਤਲਬ ਕੀ ਆ, ਹਨਾ। ਕਿ ਉਦੋਂ ਮਤਲਬ ਸਿਰਫ ਇੰਨਾ ਕੁ ਪਤਾ ਲੱਗ ਰਿਹਾ ਕਿ ਵੀ ਹੌਸਲਾ ਦੇ ਰਹੀ ਆ ਗੱਲ ਬਸ। ਤੇ ਔਰ ਸੁਰਜੀਤ ਪਾਤਰ ਹੋਰਾਂ ਦਾ ਕੋਈ ਮਤਲਬ ਥੋੜਾ ਜਿਹਾ ਉਹਨਾਂ ਦੇ ਮੁਕਾਬਲੇ ਛੇਤੀ ਸਮਝ ਆ ਜਾਂਦੇ ਨੇ, ਜਾਂ ਸ਼ੈਲੀ ਹੈ ਜਿਹੜੀ ਉਹ ਥੋੜੀ ਸਿੰਪਲ ਹੈਗੀ ਤਾਂ ਥੋੜਾ ਜਿਹਾ ਵੱਧ ਮੈਨੂੰ ਲੱਗਦਾ ਸਮਝ ਆ ਗਏ ਹੋਣਗੇ। ਤੇ ਪਰ ਸ਼ਿਵ ਕੁਮਾਰ ਦਾ ਮੈਨੂੰ ਬਹੁਤ ਘੱਟ ਸਮਝ ਆਇਆ। ਮਤਲਬ ਇੱਕ ਤਾਂ ਉਹਨਾਂ ਦਾ ਜਿਹੜੀ ਵੋਕੈਬਲਰੀ ਆ ਉਹ ਬਹੁਤ ਪੁਰਾਣੇ ਪੰਜਾਬ ਦੀ ਹੈ ਸਾਡੇ ਕੋਲੇ, ਹਨਾ, ਕਿਉਂਕਿ ਸਾਡੀ ਜਨਰੇਸ਼ਨ ਹੋਰ ਤਰ੍ਹਾਂ ਦੀ ਪੰਜਾਬੀ ਚ ਪੜ੍ਹੀ ਹੋਈ ਹੈ ਤੇ ਉਹ ਹੋਰ ਤਰ੍ਹਾਂ ਦੀ ਪੰਜਾਬੀ ਹੈਗੀ। ਤੇ ਮੈਂ ਜਦੋਂ ਮੇਰੇ ਕੋਲੇ ਜਿਹੜੀ ਕਿਤਾਬ ਉਹ ਕਿਤਾਬ ਹੈਗੀ ਬਿਰਹਾ ਤੂੰ ਸੁਲਤਾਨ, ਮਤਲਬ ਸ਼ਿਵ ਦੀ। ਤਾਂ ਮੈਂ ਇੱਕ ਬੜੀ ਇੰਟਰਸਟਿੰਗ ਗੱਲ ਦੱਸਦਾ, ਹਾਲਾਂਕਿ ਮੈਂ ਪੰਗੇ ਲੈ ਰਿਹਾ ਕਿ ਮੈਂ ਗੀਤ ਵੀ ਲਿਖ ਲਾਂ, ਮੈਂ ਕਵਿਤਾ ਵੀ ਲਿਖ ਲਾਂ ਬੈੱਡ ਤੇ ਪਿਆ ਪਿਆ, ਕਿਉਂਕਿ ਮੈਂ ਦੁਖੀ ਵੀ ਹਾਂ, ਉਦਾਸ ਵੀ ਹਾਂ, ਨਿਰਾਸ਼ ਵੀ ਹਾਂ, ਮੈਂ ਮਤਲਬ ਖਿਝ ਵੀ ਰਿਹਾ, ਲੜ ਵੀ ਰਿਹਾ, ਝਗੜਦਾ, ਮਤਲਬ ਮੇਰੇ ਤੋਂ ਉੱਠਿਆ ਨਹੀਂ ਜਾ ਰਿਹਾ, ਪਰ ਮੈਂ ਜੱਦੋਜਹਿਦ ਬਹੁਤ ਚੱਲ ਰਹੀ ਹੈ ਅੰਦਰ। ਤਾਂ ਉਸ ਕਿਤਾਬ ਦੇ ਵਿੱਚ ਕੋਈ 10 ਰਚਨਾਵਾਂ ਨੇ ਜਿਨ੍ਹਾਂ ਦੇ ਉੱਪਰ ਗਜ਼ਲ ਲਿਖਿਆ ਹੋਇਆ। ਜੀ ਜੀ। ਤਾਂ ਮੈਨੂੰ ਲੱਗਿਆ ਵੀ ਇਹ ਸਭ ਤੋਂ ਸੌਖਾ ਕੰਮ ਵੀ ਤੁਸੀਂ 2-2 ਲਾਈਨਾਂ ਨਹੀਂ ਹੈ ਨਾ, ਮੇਲ ਕਰਨਾ, 10 ਲਾਈਨਾਂ ਲਿਖਣੀਆਂ ਨੇ ਤੇ ਉਹ ਗਜ਼ਲ ਬਣ ਜਾਣੀ ਹੈ। ਤਾਂ ਮੈਨੂੰ ਲੱਗਦਾ ਵੀ ਹਾਲਾਂਕਿ ਬਾਅਦ ਦੇ ਵਿੱਚ ਇਹ ਪਤਾ ਲੱਗਦਾ ਕਿ ਸਭ ਤੋਂ ਔਖੀ ਸਿਨਫ ਹੈ ਤੇ ਅਨੁਭਵ ਨੇ ਆਪਣੇ ਪ੍ਰਗਟਾਵੇ ਲਈ ਆਪੇ ਕਿਸੇ ਵਿਧਾ ਨੂੰ ਲੱਭ ਲੈਣਾ ਹੁੰਦਾ, ਪਰ ਉਦੋਂ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਸੀ। ਉਦੋਂ ਮੈਂ ਸਿਰਫ ਆਪਣੀ ਸੌਖ ਲਈ ਮਤਲਬ ਜੁੜਿਆ ਸੀ। ਮੈਨੂੰ ਲੱਗਦਾ ਸੀ ਵੀ ਆਹ 10 ਲਾਈਨਾਂ ਤੁਸੀਂ ਲਿਖਣੀਆਂ ਨੇ ਤੇ ਹਰ ਲਾਈਨ ਦੇ ਵਿੱਚ ਸਾਰਾ ਹਾਰਾ ਨਾ ਗਾਰਾ ਜੋ ਮਰਜ਼ੀ ਬਣਾ ਲਓ, ਤੁਕਾਂਤ ਮਿਲਾਓ। ਔਰ ਸ਼ਿਵ ਦਾ ਜਿਸ ਤਰ੍ਹਾਂ ਸੀਗਾ ਵੀ ਗਮ, ਉਦਾਸੀ, ਦਰਦ, ਪੀੜ, ਹਿਜਰ, ਇਸ ਤਰ੍ਹਾਂ ਦੇ ਸ਼ਬਦ ਤੁਸੀਂ ਲਿਖੋ ਤੇ ਤੁਸੀਂ ਬਣ ਕੇ ਗਜ਼ਲ ਬਣ ਜਾਣੀ। ਸੋ ਇਹ ਇਸ ਤਰ੍ਹਾਂ ਦੀ ਸ਼ੁਰੂਆਤ ਜਿਹੜੀ ਸੀ ਉਹ ਇਸ ਤਰ੍ਹਾਂ ਹੋਈ। ਤਾਂ ਸਤਪਾਲ ਹੋਰਾਂ ਦਾ ਮਤਲਬ ਸੀਗਾ ਤਰੀਕਾ ਜਿਹੜਾ, ਉਹਨੇ ਮੇਰੇ ਕੋਲੇ ਹਫ਼ਤੇ 2 ਹਫ਼ਤੇ ਬਾਅਦ ਜਦੋਂ ਆਉਣਾ, ਮੈਂ ਉਹਨੂੰ ਕਹਿਣਾ ਵੀ ਮੈਂ ਨਾ ਆ ਲਿਖਿਆ। ਉਹਨੇ ਕਹਿਣਾ ਕਿਆ ਬਾਤ ਹੈ, ਮਤਲਬ ਇਹ ਤੇ ਫੱਟੇ ਚੱਕ ਦਿੱਤੇ ਨੇ, ਮਤਲਬ ਜਿੱਦਾਂ ਹੁਣ ਤੇਰੀ ਕਿਤਾਬ ਆਊਗੀ ਨਾ ਤਾਂ ਮੈਂ ਸੁਪਨੇ ਦੇਖਣੇ ਸ਼ੁਰੂ ਕਰਦਾ। ਮਤਲਬ ਉਹਦਾ ਦੂਸਰਾ ਰੋਲ ਆ ਜਿਹੜਾ ਉਸ ਬੰਦੇ ਦਾ, ਪਹਿਲਾਂ ਤਾਂ ਚਲੋ ਮੈਨੂੰ ਕਿਤਾਬਾਂ ਨਾਲ ਜੋੜ ਰਿਹਾ, ਦੂਸਰਾ ਵੀ ਸੁਪਨੇ ਵੀ ਦਿਖਾ ਰਿਹਾ ਨਾ, ਨਾਲ ਹੌਸਲਾ ਵਧਾ ਰਿਹਾ, ਤੋੜ ਨਹੀਂ ਰਿਹਾ। ਤਾਂ ਮੈਨੂੰ ਲੱਗਦਾ ਕਿ ਵੀ ਕੋਈ ਬੰਦਾ ਸਾਡੀ ਜ਼ਿੰਦਗੀ 'ਚ ਨਾ, ਕੁਝ ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਸਾਨੂੰ ਕਿਤੇ ਵੀ ਫਸੇ ਹੋਏ ਨੂੰ ਬਾਹਰ ਕੱਢ ਲੈਂਦੇ ਨੇ, ਹਨਾ। ਤੇ ਉਹ ਕੋਈ ਵੀ ਕਿਸੇ ਵੀ ਜ਼ਰੀਏ, ਕਿਸੇ ਵੀ ਆਨੇ ਬਹਾਨੇ, ਕੁਝ ਵੀ ਕਰਕੇ, ਹਾਲਾਂਕਿ ਉਹ ਤੋਂ ਬਾਅਦ 'ਚ ਮੈਨੂੰ ਪਤਾ ਲੱਗਦਾ ਜਦੋਂ ਮੈਂ ਉਹ ਲਿਖਿਆ ਹੋਇਆ ਖੁਦ ਪੜ੍ਹਦਾ ਵੀ ਇਹ ਤਾਂ ਗੱਲੇ ਕੁਝ ਨਹੀਂ ਸੀਗੀ, ਹਨਾ, ਵੀ ਇਹ ਤਾਂ ਹੈ ਹੀ ਕੁਝ ਨਹੀਂ। ਤਾਂ ਮੈਨੂੰ ਮਤਲਬ ਜਿਹੜਾ ਤੁਸੀਂ ਮੈਨੂੰ ਪੁੱਛਿਆ ਕਿ ਕਦੋਂ ਲੱਗਿਆ, ਤਾਂ ਮੈਨੂੰ 2005 ਤੋਂ 7-8, ਮੈਨੂੰ 10-11 'ਚ ਜਾ ਕੇ ਮਤਲਬ ਇਹ ਰਿਅਲਾਈਜ਼ ਹੋਇਆ ਕਿ ਮੈਨੂੰ ਇਹ ਵਿਧਾ ਦੇ ਵਿੱਚ, ਉਦੋਂ ਤੱਕ ਮੇਰਾ ਬਹਿਰ ਤੇ ਵੀ ਥੋੜੀ ਪਕੜ ਬਣਨੀ ਸ਼ੁਰੂ ਹੋ ਗਈ ਸੀਗੀ। 10-11 'ਚ ਜਾ ਕੇ ਮਤਲਬ
ਮੈਨੂੰ ਲੱਗਿਆ ਕਿ ਹਾਂ ਮੈਨੂੰ ਗਜ਼ਲ ਵਾਲੇ ਪਾਸੇ ਜਿਹੜਾ ਉਹ ਚੰਗੀ ਤਰ੍ਹਾਂ ਆ ਜਾਣਾ ਚਾਹੀਦਾ। ਵਕਤ ਇੱਕ ਛੋਟੇ ਵਕਫੇ ਦਾ ਹੋਇਆ, ਬ੍ਰੇਕ ਦਾ ਹੋਇਆ। ਬ੍ਰੇਕ ਦੇ ਅਗਲੇਰੇ ਪਰ ਵਾਹਦ ਨਾਲ ਇਸ ਸਫ਼ਰ ਦੀਆਂ ਗੱਲਾਂ ਬਾਤਾਂ ਜ਼ਰੂਰ ਜਾਰੀ ਰੱਖਾਂਗੇ। ਆਨੰਦ ਤੁਹਾਨੂੰ ਵੀ ਆ ਰਿਹਾ, ਆਨੰਦ ਮੈਨੂੰ ਵੀ ਆ ਰਿਹਾ, ਤੇ ਉਮੀਦ ਕਰਦਾ ਕਿ ਵਾਹਦ ਨੂੰ ਵੀ ਗੱਲਬਾਤ ਕਰਕੇ ਆਨੰਦ ਆ ਰਿਹਾ ਹੋਵੇਗਾ। ਮਿਲਦੇ ਆ ਬ੍ਰੇਕ ਦੇ ਅਗਲੇਰੇ ਪਰ। ਬ੍ਰੇਕ ਦੇ ਇਸ ਪਾਰ ਤੁਹਾਡਾ ਮੁੜ ਤੋਂ ਸਵਾਗਤ ਹੈ। ਵਾਹਦ ਨਾਲ ਅਸੀਂ ਸਾਹਿਤ ਦੀ ਤੰਦ ਪਾਈ ਹੋਈ, ਅੱਜ ਦੀਆਂ ਸਾਹਿਤਕ ਤੰਦਾਂ ਬਾਈ ਵਾਹਦ ਨਾਲ। ਵਾਹਦ ਬਾਈ, ਪਹਿਲਾਂ ਤਾਂ ਇਹ ਦੱਸੋ ਤੁਹਾਡਾ ਅਸਲੀ ਨਾਂ ਕੀ ਹੈ? ਤੇ ਇਹ ਤਾਂ ਤਖੱਲਸ ਹੋ ਗਿਆ। ਮੇਰਾ ਅਸਲੀ ਨਾਮ ਹੈ ਸਤਨਾਮ ਸਿੰਘ। ਸਤਨਾਮ ਸਿੰਘ। ਦੋ ਕੰਮ ਹੋ ਜਾਂਦੇ, ਨਾਲੇ ਨਾਮ ਲਿਆ ਜਾਂਦਾ, ਨਾਲੇ ਯਾਦ ਕੀਤਾ ਜਾਂਦਾ। ਹਾਂ, ਤੇ ਪਰ ਸ਼ਬਦ ਦੀ ਇੱਕ ਆਪਣੀ ਬੈਕਗ੍ਰਾਉਂਡ ਹੁੰਦੀ ਹੈ ਜੀ, ਔਰ ਇੱਕ ਆਪਣਾ ਰਿਦਮ ਹੁੰਦਾ ਤੇ ਇੱਕ ਆਪਣਾ ਮਤਲਬ ਉਹਦਾ ਮਹੱਤਵ ਹੁੰਦਾ। ਤਾਂ ਮੈਂ ਜਦੋਂ ਇੱਕ ਹੁੰਦਾ ਕਿ ਮੈਂ ਇੱਕ ਤੇ ਲਿਖਿਆ ਸੀਗਾ ਕਿ ਮੈਂ ਗੁੰਮ ਨਾ ਜਾਵਾਂ ਕਿਸੇ ਭੀੜ ਵਿੱਚ ਇਕੱਲਾ ਕਿਤੇ, ਤੂੰ ਨਾਮ ਵਾਂਗ ਸਦਾ ਨਾਲ ਰੱਖਣਾ। ਤਾਂ ਮੈਨੂੰ ਲੱਗਦਾ ਕਿ ਲੈ ਦੇ ਕੇ ਬੰਦੇ ਕੋਲ ਇੱਕ ਨਾਮ ਹੁੰਦਾ। ਤਾਂ ਮੇਰੇ ਲਈ ਮਤਲਬ ਇਹ ਦੂਸਰੀ ਵੱਡੀ ਪ੍ਰੋਬਲਮ ਆ ਗਈ ਸੀ ਜਦੋਂ ਪਬਲਿਸ਼ ਹੋਣਾ ਤਾਂ ਤੁਸੀਂ ਕਿਸ ਨਾਮ ਨਾਲ ਪਬਲਿਸ਼। ਤਾਂ ਸਾਡੇ ਤਾਂ ਪੰਜਾਬ 'ਚ ਇਹ ਹੈਗਾ ਵੀ ਅਗਰ ਤੁਸੀਂ ਕਿਸੇ ਉੱਚੀ ਜਾਤ ਦੇ ਹੋ ਤਾਂ ਤੁਹਾਡੇ ਕੋਲੇ ਬਣਿਆ ਬਣਾਇਆ ਗੋਤ ਹੈਗਾ, ਤੁਸੀਂ ਕਿਸੇ ਵੀ ਨਾਮ ਨਾਲ ਆਪਣਾ ਗੋਤ ਜਿਹੜਾ ਹੈਗਾ ਉਹਨੂੰ ਫਿੱਟ ਕਰੋ ਤੇ ਆਪਣਾ ਨਾਮ ਰੱਖੋ। ਪਰ ਅਸੀਂ ਤਾਂ ਉਹਨਾਂ ਖਾਨਦਾਨਾਂ ਚੋਂ ਜਿਨ੍ਹਾਂ ਦੇ ਗੋਤ ਵੀ ਜਿਹੜੇ ਹੈਗੇ ਨੇਗੇ ਮਤਲਬ ਸਾਡੇ ਵਰਗੇ ਇਹ ਤਰਾਸਦੀ ਹੈ ਸਾਡੀ। ਹਾਂ, ਤਾਂ ਮੇਰੇ ਲਈ ਮਤਲਬ ਇਹ ਇੱਕ ਵੱਡਾ ਸਵਾਲ ਸੀਗਾ ਕਿ ਨਾਮ ਕੀ ਹੋਵੇ। ਤਾਂ ਸਤਨਾਮ ਸਿੰਘ ਪਹਿਲਾਂ ਮੈਂ ਸ਼ੁਰੂ ਦੇ ਵਿੱਚ ਸੀਗਾ ਸਤਨਾਮ ਸਿੰਘ ਵਾਹਿਦ ਲਿਖਦਾ ਹੁੰਦਾ ਸੀ, ਸਤਨਾਮ ਸਿੰਘ ਵਾਹਿਦ ਦੇ ਨਾਲ। ਤੇ ਫਿਰ ਮੈਨੂੰ ਹੌਲੀ ਹੌਲੀ ਮਤਲਬ ਹਾਲਾਂਕਿ ਵਾਹਿਦ ਤਾਂ ਬਹੁਤ ਬਾਅਦ ਦੇ ਵਿੱਚ ਜੁੜਿਆ, ਪਹਿਲਾਂ ਸਤਨਾਮ ਖੜਿਆਲ ਤੇ ਜਾਂ ਫਿਰ ਕੱਲਾ ਸਤਨਾਮ। ਤਾਂ ਮੈਂ ਥੋੜਾ ਜਿਹਾ ਸਮਾਂ ਜਦੋਂ ਬੈੱਡ ਤੋਂ ਉੱਠਿਆ ਤੇ ਫਿਰ ਸੀਗਾ ਰੋਜੀ ਰੋਟੀ ਦਾ ਮਸਲਾ ਕਿ ਹੁਣ ਤੁਸੀਂ ਕਰਨਾ ਕੀ ਹੈ, ਕਿਉਂਕਿ ਘਰ ਦੇ ਵੀ ਤੁਹਾਡੇ ਲਈ ਬਹੁਤ ਉਹਨਾਂ ਦੀ ਮਜਬੂਰੀ ਹੈ, ਉਹ ਕਿੰਨਾ ਕਰਨਗੇ ਹਨਾ। ਹਾਲਾਂਕਿ ਉਹਨਾਂ ਨੇ ਮੈਨੂੰ ਅੱਜ ਤੱਕ ਨਹੀਂ ਕਦੇ ਕਿਹਾ, ਉਹਨਾਂ ਗੱਲਾਂ ਨੂੰ ਕੁਝ 17-18 ਸਾਲ ਹੋ ਗਏ ਨੇ, ਮੈਂ ਅਜੇ ਤੱਕ ਵੀ ਬੇਰੁਜ਼ਗਾਰੀ ਬੈਠਾ, ਪਰ ਉਹਨਾਂ ਨੇ ਮੈਨੂੰ ਕਦੇ ਕਿਹਾ ਨਹੀਂ ਹੈਗਾ ਵੀ ਤੂੰ ਸਾਨੂੰ ਕੁਝ ਕਮਾ ਕੇ ਦੇ। ਇਹ ਉਹਨਾਂ ਦਾ ਜੇਰਾ। ਤੇ ਮੈਂ ਮੇਰੇ ਖਿਆਲ 'ਚ ਕੋਈ 6 ਮਹੀਨੇ ਕਿਸੇ ਵਕੀਲ ਕੋਲੇ ਮੁਨਸ਼ੀ ਰਿਹਾ। ਤੇ ਜਦੋਂ ਮੈਂ ਉਹਦੇ ਕੋਲੇ ਮੁਨਸ਼ੀਗਿਰੀ ਕਰ ਰਿਹਾ ਤਾਂ ਜਿਹੜੀ ਉੱਥੇ ਸਾਡੇ ਕੋਲੇ ਵੋਕੈਬਲਰੀ ਵਰਤੀ ਜਾਂਦੀ ਆ, ਤਾਂ ਸੁਨਾਮ ਕੋਡ ਦੇ ਵਿੱਚ ਨਾ ਅਦਾਲਤਨਾਮਾ, ਇੰਤਕਾਲ ਹਨਾ ਤੇ ਮੁਫਲਿਸ ਜੇ ਉਹ ਮੁਨਸਿਫ। ਤੇ ਮੈਂ ਮੇਰੇ ਤਾਂ ਸਿਰੋਪਰ ਦੀ ਲੰਘਿਆ ਕਰਨ ਦੀਆਂ ਗੱਲਾਂ ਵੀ ਇਹ ਕੀ ਚੱਲ ਰਹੀਆਂ ਨੇ ਚੀਜ਼ਾਂ। ਸ਼ਬਦਾਂ ਨਾਲ ਮੇਰੀ ਜੱਦੋਜਹਿਦ ਬਚਪਨ ਤੋਂ ਰਹੀ ਹੈ ਮਤਲਬ। ਤੇ ਤਾਂ ਮੈਨੂੰ ਉੱਥੇ ਕਿਸੇ ਮਿੱਤਰ ਨੇ ਕੁਛ ਕੁ ਸ਼ਬਦ 30-40 ਪੇਜ ਜਿਹੜੇ ਸੀਗੇ ਉਹ ਇੱਕ ਪਾਸੇ ਅਰਬੀ ਫਾਰਸੀ ਦੇ, ਦੂਸਰੇ ਪਾਸੇ ਪੰਜਾਬੀ ਦਾ ਤਰਜਮਾ ਜਿਹੜਾ ਉਹ ਦੇਤੇ। ਤਾਂ ਉਹਦੇ ਵਿੱਚ ਇੱਕ ਸ਼ਬਦ ਆਇਆ ਮੇਰੇ ਯਾਦ ਆ, ਵਾਹਿਦ ਮਲਕੀਅਤ। ਤੇ ਮੈਨੂੰ ਲੱਗਿਆ ਵੀ ਉਹਦਾ ਮੀਨਿੰਗ ਜਿਹੜਾ ਦਿੱਤਾ ਹੋਇਆ ਸੀਗਾ ਸੰਪੂਰਨ ਅਧਿਕਾਰ। ਕੀ ਬਾਤ ਹੈ। ਤਾਂ ਮੈਨੂੰ ਲੱਗਿਆ ਵੀ ਵਾਹਿਦ ਸ਼ਬਦ ਜਿਹੜਾ ਮੈਨੂੰ ਲੱਗਦਾ ਵੀ ਮੇਰੇ ਲਈ ਠੀਕ ਹੈ ਇਹ। ਤਾਂ ਉਹ ਮੈਂ ਆਪਣੇ ਨਾਮ ਨਾਲ ਸਤਨਾਮ ਜਿਹੜਾ ਸਤਨਾਮ ਵਾਹਿਦ ਲਿਖਣਾ ਸ਼ੁਰੂ ਕਰ ਦਿੱਤਾ। ਤੇ ਹੌਲੀ ਹੌਲੀ ਫਿਰ ਮੈਂ ਪਹਿਲੀ ਸਭਾ ਨਾਲ ਜਦੋਂ ਜੁੜਿਆ ਸੰਗਰੂਰ ਸਾਹਿਬ ਸਭਾ ਜੀ, ਤਾਂ ਉੱਥੇ ਸੁਖਵਿੰਦਰ ਪੱਪੀ ਹੋਰੀ ਨੇ ਦੁੱਗਾ ਵਾਲਾ ਪੱਪੀ, ਬਿਲਕੁਲ ਜੀ, ਔਰ ਪ੍ਰਗਟ ਲਿੱਦੜਾ ਵਾਲਾ, ਦਿੱਲੀ ਭਾਰਤ ਦਾ ਦਿਲ ਨਹੀਂ ਸੀਨੇ ਹਿੰਦ ਦੇ ਸਦੀਆਂ ਤੋਂ ਰਿਸ ਦੀ ਚੀਕ ਹੈ ਦਿੱਲੀ ਜੀ, ਸਿੱਕਿਆਂ ਦੀ ਚਕਾ ਚੌਂਦ ਵਿੱਚ ਜਿੱਥੇ ਜਾਂਦੇ ਚਾਨਣ ਦੀ ਚੀਕ ਹੈ ਦਿੱਲੀ। ਇਹ ਦੂਸਰੇ ਬੰਦੇ ਨੇ ਮਤਲਬ ਸਤਪਾਲ ਤੋਂ ਬਾਅਦ। ਤਾਂ ਉੱਥੇ ਗੁਰਜੀਤ ਮਾਹੀ ਹੋਰੀ ਨੇਗੇ, ਪ੍ਰਗਟ ਭਾਜੀ ਦਾ ਵੀ ਤੁਸੀਂ ਜ਼ਿਕਰ ਕਰ ਰਹੇ ਹੋ, ਮਰਹੂਮ ਪ੍ਰਗਟ ਜੀ ਪ੍ਰਗਟ ਲਿੱਦੜਾ ਵਾਲੇ, ਤੇ ਸੁਖਵਿੰਦਰ ਪੱਪੀ, ਭਗਤ ਰਾਮ ਸ਼ਰਮਾ ਜੀ ਉਹ ਵੀ ਚੱਲ ਵਸੇ, ਤੇ ਡਾਕਟਰ ਗੁਰਜੀਤ ਮਾਹੀ ਅੱਜ ਕੱਲ ਪ੍ਰੋਫੈਸਰ ਨੇਗੇ ਨਿਆਲ ਕਾਲਜ। ਤਾਂ ਇਹ 3-4 ਬੰਦਿਆਂ ਦਾ ਉੱਥੇ ਇੱਕ ਸਹਿ ਸਭਾ ਜਿਹੜੀ ਉਹਨਾਂ ਦੀ ਇਹ ਚੱਲ ਰਹੀ ਹੈਗੀ। ਤੇ ਮੈਂ ਇਹਨਾਂ ਕੋਲੇ ਜਾਣਾ ਸ਼ੁਰੂ ਕੀਤਾ। ਇਹਨਾਂ ਨੇ ਮਤਲਬ ਮੈਨੂੰ ਇੱਕ ਤਰ੍ਹਾਂ ਨਾਲ ਤਰਾਸ਼ਿਆ, ਜਾਂ ਇਹ ਕਹਿ ਲਓ ਵੀ ਕਿਵੇਂ, ਖਾਸ ਤੌਰ ਤੇ ਜਗਤਾਰ ਸਿੱਖਾ। ਮੈਂ ਕਹੂੰਗਾ ਵੀ ਗਜ਼ਲ ਦੇ ਵਿੱਚ ਉਹ ਬੰਦੇ ਮੇਰੇ ਇੱਕ ਤਰ੍ਹਾਂ ਨਾਲ ਗੁਰੂ ਹੀ ਨੇ, ਕਿਉਂਕਿ ਮੈਂ ਸ਼ੁਰੂ ਦੇ ਵਿੱਚ ਸ਼ੇਰ ਨੂੰ ਲਿਖਣਾ ਕਿਵੇਂ ਆ, ਸ਼ੇਰ ਨੂੰ ਡਿਜ਼ਾਈਨ ਕਿਵੇਂ ਕਰਨਾ, ਉਹ ਸਾਰੀਆਂ ਬਾਰੀਕੀਆਂ ਜਿਹੜੀਆਂ ਨੇ ਮੈਂ ਜਗਤਾਰ ਸਿੱਖਿਆ ਉਹਨਾਂ ਤੋਂ ਸਿੱਖਿਆ। ਤੇ ਇਹ ਸਾਰੇ ਬੰਦੇ ਜਿਹੜੇ, ਇਹ ਸਾਰੀ ਇਹ ਟੀਮ ਸੀਗੀ, ਮਤਲਬ ਇਹਨਾਂ ਸਾਰੇ ਬੰਦਿਆਂ ਦਾ ਸਹਿਯੋਗ ਆ ਜਿਹੜਾ ਮੈਂ ਮਤਲਬ ਜੋ 2-4 ਅੱਖਰ ਜੋੜ ਜੋਗਾ ਜਿਹੜਾ ਹੋਇਆ ਹੈਗਾ। ਵਾਹਦ ਮੈਂ ਮਤਲਬ ਉੱਥੇ ਜੇ ਤੁਸੀਂ ਉਸ ਵਕਤ ਲਈ ਕੁਝ ਲਿਖਿਆ ਹੁਣ, ਮਤਲਬ ਉਹ ਜਿਹੜਾ ਔਖਾ ਵਕਤ ਸੀ ਸਾਡੇ ਤੇ, ਆਰਥਿਕ ਤੌਰ ਦੇ ਉੱਤੇ ਵੀ, ਸਮਾਜਿਕ ਤੌਰ ਦੇ ਉੱਤੇ ਵੀ, ਲੋਕਾਂ ਦੇ ਮਿਹਣੇ ਵੀ ਸੁਣ ਰਹੇ ਆ, ਮਾਪੇ ਔਖੇ ਹੋ ਕੇ ਦਿਹਾੜੀਆਂ ਲਾ ਰਹੇ ਆ, ਤੁਸੀਂ ਬੈੱਡ ਦੇ ਉੱਤੇ ਪਏ ਹੋ। ਤੇ ਉਸ ਤੋਂ ਬਾਅਦ ਫਿਰ ਹੁਣ ਤੁਸੀਂ ਚਲੋ ਮਾਪਿਆਂ ਨੂੰ ਤਾਂ ਸ਼ਾਇਦ ਇਹ ਅਹਿਸਾਸ ਨਹੀਂ ਹੋ ਗਿਆ, ਕਿਉਂਕਿ ਸਾਡੇ ਮਾਪੇ ਸਾਊ ਹੀ ਇੰਨੇ ਨੇ ਕਿ ਸਾਡਾ ਪੁੱਤ ਪੰਜਾਬ ਦਾ ਇੱਕ ਵੱਡਾ ਕਵੀ ਆ ਅੱਜ ਦਾ। ਅਸੀਂ ਮੰਨਦੇ ਹਾਂ, ਸਾਨੂੰ ਸਾਰਿਆਂ ਨੂੰ ਪਤਾ ਕਿ ਵਾਹਿਦ ਅੱਜ ਪੰਜਾਬ ਦਾ ਬਹੁਤ ਵੱਡਾ ਨਾਮ ਹੈ ਸਾਹਿਤਕਾਰੀ ਦੇ ਵਿੱਚ। ਉਸ ਵਕਤਾਂ ਦੇ ਉੱਤੇ ਕੁਝ ਲਿਖਿਆ ਹੋਇਆ ਤੁਸੀਂ? ਮੈਂ ਗਜ਼ਲ ਦੇ ਵਿੱਚ ਇੱਕ
ਮਜ਼ਦੂਰੀ ਦੇ ਤੌਰ ਤੇ ਗਜ਼ਲ ਮੈਂ ਲਿਖੀ ਸੀਗੀ ਕਿ ਉਹਦਾ 5-4 ਸ਼ੇਰ ਜੀ ਕਿ ਇਹਨਾਂ ਨੇ ਸਿਰ ਤੇ ਕਿੰਨਿਆਂ ਹੀ ਘਰਾਂ ਦੇ ਭਾਰ ਢੋਏ ਨੇ, ਇਹ ਛੋਟੇ ਕੱਦ ਤੇ ਜੁੱਸੇ ਨਾ ਇਉਂ ਕਮਜ਼ੋਰ ਹੋਏ। ਓਏ ਹੋਏ, ਇਹਨਾਂ ਨੇ ਸਿਰ ਤੇ ਕਿੰਨੇ ਹੀ ਘਰਾਂ ਦੇ ਭਾਰ ਢੋਏ ਨੇ, ਇਹ ਛੋਟੇ ਕੱਦ ਤੇ ਜੁੱਸੇ ਨਾ ਇਉਂ ਕਮਜ਼ੋਰ ਹੋਏ ਨੇ ਕਿ ਜ਼ਰਾ ਵੀ ਸੁਰਤ ਨਾ ਜਿਸ ਨੂੰ ਅਜੇ ਮੂੰਹ ਸਿਰ ਸਵਾਰਨ ਦੀ, ਜ਼ਰਾ ਵੀ ਸੁਰਤ ਨਾ ਜਿਸ ਨੂੰ ਅਜੇ ਮੂੰਹ ਸਿਰ ਸਵਾਰਨ ਦੀ, ਉਹ ਬੱਚੇ ਨੇ ਮਗਰ ਢਾਬੇ ਦੇ ਬਰਤਨ ਖੂਬ ਧੋਏ। ਓਏ ਹੋਏ ਹੋਏ, ਉਹ ਬੱਚੇ ਨੇ ਮਗਰ ਢਾਬੇ ਦੇ ਬਰਤਨ ਖੂਬ ਧੋਏ ਨੇ। ਓਏ ਕਿ ਇਹ ਬੱਚੇ ਪਹਿਨਦੇ ਨੇ ਕੱਪੜੇ ਆਪਣੇ ਬਜ਼ੁਰਗਾਂ ਦੇ, ਇਹ ਬੱਚੇ ਪਹਿਨਦੇ ਨੇ ਕੱਪੜੇ ਆਪਣੇ ਬਜ਼ੁਰਗਾਂ ਦੇ, ਨਿਆਣੀ ਉਮਰ ਵਿੱਚ ਬੱਚੇ ਵੀ ਕਿੰਨੇ ਵੱਡੇ ਹੋਏ। ਓਏ ਹੋਏ ਹੋਏ ਹੋਏ, ਮੁਕਰਰ ਕਰ ਯਾਰ, ਕੀ ਬਾਤ ਹੈ। ਇਹ ਬੱਚੇ ਪਹਿਨਦੇ ਨੇ ਕੱਪੜੇ ਆਪਣੇ ਬਜ਼ੁਰਗਾਂ ਦੇ, ਨਿਆਣੀ ਉਮਰ ਵਿੱਚ ਬੱਚੇ ਵੀ ਕਿੰਨੇ ਵੱਡੇ ਹੋਏ ਨੇ, ਜਿਨ੍ਹਾਂ ਦੇ ਨਾਮ ਅਕਸਰ ਹੁੰਦੇ ਚੀਜ਼ਾਂ ਵਸਤੂਆਂ ਵਾਲੇ, ਵਾਹ, ਜਿਨ੍ਹਾਂ ਦੇ ਨਾਮ ਅਕਸਰ ਹੁੰਦੇ ਚੀਜ਼ਾਂ ਵਸਤੂਆਂ ਵਾਲੇ, ਉਹਨਾਂ ਨੇ ਫਿਰ ਵੀ ਬਿਹਤਰ ਜਿਉਣ ਦੇ ਸੁਪਨੇ ਸੰਜੋਏ। ਵਾਹ, ਕੀ ਬਾਤ ਹੈ। ਇਹਨਾਂ ਨੂੰ ਢਿੱਡ ਬੰਨ ਕੇ ਜਿਉਣ ਦਾ ਔਖਾ ਹੁਨਰ ਆਉਂਦਾ ਹੈ। ਇਹਨਾਂ ਨੂੰ ਢਿੱਡ ਬੰਨ ਕੇ ਜਿਉਣ ਦਾ ਔਖਾ ਹੁਨਰ ਆਉਂਦਾ ਹੈ। ਬਹੁਤ ਮਾਫਕ ਹਰ ਇੱਕ ਹਾਲਾਤ ਨੂੰ ਇਹ ਲੋਕ ਹੋਏ। ਕੀ ਬਾਤ ਹੈ ਯਾਰ, ਕੀ ਬਾਤ, ਬਹੁਤ ਕਮਾਲ ਦੀ। ਬਹੁਤ ਸ਼ੁਕਰੀਆ। ਇੱਕ ਕਿਹੜੀ ਕਿਤਾਬ ਦੇ ਵਿੱਚ ਆਈ ਸੀ ਇਹ? ਜਿਹੜੀ 2020 ਦੇ ਵਿੱਚ ਕਿਤਾਬ ਵਰਤਮਾਨ ਤੇ ਪੇਪਰ, ਵਰਤਮਾਨ ਤੇ। ਹਾਂ, ਉਹਦਾ ਪੇਪਰ ਵੇਟ ਦਾ ਜ਼ਿਕਰ ਮੈਨੂੰ ਇੱਕ ਪੇਪਰ ਵੇਟ ਵਾਲਾ ਇੱਕ ਸ਼ੇਅਰ ਆਇਆ ਸੀ ਮੇਰੇ ਕੋਲ ਯਾਰ, ਕੀ ਬਾਤ ਸੀ ਉਹ ਕਿ ਮਤਲਬ ਇੱਕ ਧਰਤੀ ਵਾਲਾ ਸ਼ੇਅਰ ਸਾਡਾ ਹੈ, ਰੱਬ ਦਾ ਸ਼ੁਕਰ ਦੁਨੀਆ ਗੋਲ ਹੈ ਚੌਰਸ ਤਿਕੋਣੀ ਨਹੀਂ, ਤਦੇ ਵਿਛੜੇ ਹੋਏ ਵੀ ਘੁੰਮ ਘੁਮਾ ਕੇ ਮਿਲਦੇ ਰਹੇ ਅਕਸਰ। ਇਹ ਤੁਸੀਂ ਉਹ ਪੜ੍ਹੋ ਜੀ, ਬਹੁਤ ਅੱਛਾ, ਇਹਦੇ ਵਿੱਚ ਤਵਾਜ਼ਨ ਬੜੇ ਪਿਆਰੇ ਨੇ। ਇਹਦਾ ਕਿਤਾਬ ਤੋਂ ਬਾਅਦ ਲਿਖੀਆਂ ਗਈਆਂ ਨਵੀਆਂ ਗਜ਼ਲਾਂ ਦੇ ਵਿੱਚੋਂ ਆ। ਇਹ ਸ਼ਾਇਦ ਅਜੇ ਕਿਤੇ ਪਬਲਿਸ਼ ਵੀ ਨਹੀਂ ਹੋਈ ਹੈਗੀ। ਕਿ ਇਹਦਾ ਮਤਲਬ ਸੀ ਤੁਹਾਨੂੰ ਕਿਤੇ ਉਹ ਤਾਂ ਨਹੀਂ ਹੈ ਵੀ ਆਪਾਂ ਇਹਨੂੰ ਨਹੀਂ ਇਸ ਤਰ੍ਹਾਂ ਦਾ ਕੋਈ ਮੈਨੂੰ ਕੋਈ ਮਤਲਬ, ਇਹ ਵੀ ਗੱਲ ਮੈਂ ਤੁਹਾਡੇ ਨਾਲ ਇੱਕ ਸਾਂਝੀ ਕਰਾਂ ਮੈਂ ਉਸ ਗੱਲਾਂ ਛੋਟੀ ਜੀ। ਤਾਂ ਜਦੋਂ ਬੰਦਾ ਸ਼ੁਰੂਆਤ ਕਰਦਾ ਨਾ ਲਿਖਣ ਦੀ, ਤਾਂ ਉਹਦੇ ਲਈ ਸਭ ਤੋਂ ਵੱਡਾ ਮਸਲਾ ਜਿਹੜਾ ਹੁੰਦਾ, ਬਹੁਤ ਵੱਡਾ ਮਸਲਾ ਉਹਦਾ ਹੁੰਦਾ, ਉਹ ਹੁੰਦਾ ਕਿ ਮੇਰੇ ਲਿਖੇ ਹੋਏ ਨੂੰ ਕੋਈ ਚੋਰੀ ਨਾ ਕਰ ਲੇ। ਬਿਲਕੁਲ ਹੁੰਦਾ ਹੈ ਨਾ। ਤਾਂ ਮੈਨੂੰ ਵੀ ਸੀਗਾ ਵੀ ਮੇਰੇ ਲਿਖੇ ਨੂੰ ਕੋਈ ਚੋਰੀ ਨਾ ਕਰ ਲੇ। ਤਾਂ ਮੈਂ ਸੋਚਣਾ ਵੀ ਇਹਨੂੰ ਤੁਸੀਂ, ਇਹਦੀ ਕਹਿੰਦੇ ਵੀ ਇੱਕ ਰਜਿਸਟ੍ਰੇਸ਼ਨ ਹੋ ਜਾਂਦੀ ਹੈ, ਜੇ ਹੋ ਜਾਂਦਾ ਉਹ ਹੋ ਜਾਂਦਾ। ਤਾਂ ਮੇਰੇ ਇੱਕ ਗੱਲ ਨਹੀਂ ਮੈਂ ਭੁੱਲਦਾ, ਸਤਪਾਲ ਦੀ ਕਹੀ ਹੋਈ ਹੈ। ਮੈਂ ਉਹਨੂੰ ਕਿਹਾ ਵੀ ਸਤਪਾਲ, ਵੀ ਜੇ ਜਿਹੜਾ ਆਪਾਂ ਲਿਖ ਰਹੇ ਹਾਂ ਵੀ ਜੇ ਕਿਸੇ ਨੇ ਚੋਰੀ ਕਰ ਲਿਆ, ਸਤਪਾਲ ਨੇ ਕਿਹਾ ਵੀ ਯਾਰ ਤੇਰਾ ਲਿਖਿਆ ਹੋਇਆ ਚੋਰੀ ਕਰ ਸਕਦਾ, ਤੇਰਾ ਦਿਮਾਗ ਨਹੀਂ ਚੋਰੀ। ਤੇਰਾ ਨਾ, ਯੈਸ, ਬਹੁਤ ਅੱਛੀ। ਠੀਕ ਹੈ, ਦਿਮਾਗ ਤੇਰਾ ਹੀ ਰਹੂਗਾ, ਬਾਅਦ ਚ ਲਿਖ ਲਾਂਗੇ, ਕੁਝ ਹੋਰ ਲਿਖਿਆ ਜਾਊਗਾ, ਉਸ ਤੋਂ ਵੀ ਸੋਹਣਾ, ਉਸ ਤੋਂ ਸੋਹਣਾ ਲਿਖਿਆ ਜਾਊਗਾ। ਸੋ ਮੈਂ ਕਦੇ ਨਹੀਂ ਇਸ ਗੱਲ ਦੇ ਚੱਕਰ ਚ ਪਿਆ ਵੀ ਉਹ ਚੋਰੀ ਹੋ ਸਕਦਾ ਹੈ ਜਾਂ ਕੁਝ ਵੀ ਹੋ ਸਕਦਾ, ਕੁਝ ਹੋ ਸਕਦਾ ਵੀ, ਕਿਉਂਕਿ ਇਹਦੇ ਵਿੱਚੋਂ ਆਪਣਾ ਹੈ ਹੀ ਕੁਝ ਨਹੀਂ। ਲੈਂਗੁਏਜ ਆ ਉਹ ਸਮਾਜ ਦੀ ਹੈ, ਐਕਸਪੀਰੀਅੰਸ ਲਏ ਨੇ ਉਹ ਵੀ ਸਮਾਜ ਤੋਂ ਲਏ ਨੇ। ਠੀਕ ਹੈ, ਇਹਨਾਂ ਨੂੰ ਸਿਰਫ ਸ਼ਬਦਾਂ ਨੂੰ ਅੱਗੇ ਪਿੱਛੇ ਕਰਕੇ ਚਿੰਨ ਲੈਣੇ ਆ, ਤੇ ਇੰਨੀ ਕਿ ਸਾਡੀ ਮਿਹਨਤ ਹੈ। ਇਸ ਤੋਂ ਬਿਨਾਂ ਤਾਂ ਸਾਡਾ ਇਹਦੇ ਵਿੱਚ ਕੁਝ ਵੀ ਨਹੀਂ ਹੈ। ਆਓ ਇਹਨੂੰ ਪਾ ਕੇ ਆਪਾਂ ਫਿਰ ਬ੍ਰੇਕ ਵੱਲ ਸੋ ਇਹਦਾ ਹੈ ਕਿ ਉਹਦੇ ਬਾਰੇ ਚ ਉਸੇ ਨਾਲ ਕੀਤੇ ਮਸ਼ਵਰੇ ਅਕਸਰ, ਉਹਦੇ ਬਾਰੇ ਚ ਉਸੇ ਨਾਲ ਕੀਤੇ ਮਸ਼ਵਰੇ ਅਕਸਰ, ਕਿ ਰਾਹ ਸੌਖੇ ਨਹੀਂ ਲੱਭਦੇ ਦਿਲਾਂ ਤੱਕ ਜਾਣਦੇ ਆ। ਬਚਾ ਕੇ ਅੱਖ ਲੰਘ ਜਾਂਦੇ ਹਾਂ ਜਿਹੜੇ ਸਬਕਾਂ ਤੋਂ, ਬਚਾ ਕੇ ਅੱਖ ਲੰਘ ਜਾਂਦੇ ਹਾਂ ਜਿਹੜੇ ਸਬਕਾਂ ਤੋਂ, ਉਹ ਮੁੜ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਪਰਤ ਕੇ ਅਕਸਰ। ਹੁਣ ਆਪੋ ਆਪਣੀ ਛੱਤ ਤੋਂ ਜੋ ਤੱਕੀਏ ਚੰਨ ਰਾਤਾਂ ਨੂੰ, ਹੁਣ ਆਪੋ ਆਪਣੀ ਛੱਤ ਤੋਂ ਜੋ ਤੱਕੀਏ ਚੰਨ ਰਾਤਾਂ ਨੂੰ, ਬਣੇ ਰਹਿੰਦੇ ਨੇ ਕਈਆਂ ਵਿੱਚ ਕੁਝ ਏਦਾਂ ਰਾਬਤੇ ਅਕਸਰ। ਹੈ ਰੱਬ ਦਾ ਸ਼ੁਕਰ ਦੁਨੀਆ ਗੋਲ ਹੈ ਚੌਰਸ ਤਿਕੋਣੀ ਨਹੀਂ, ਹੈ ਰੱਬ ਦਾ ਸ਼ੁਕਰ ਦੁਨੀਆ ਗੋਲ ਹੈ ਚੌਰਸ ਤਿਕੋਣੀ ਨਹੀਂ, ਤਦੇ ਵਿਛੜੇ ਹੋਏ ਵੀ ਘੁੰਮ ਘੁਮਾ ਮਿਲਦੇ ਰਹੇ ਅਕਸਰ। ਕਿ ਉਹਦੇ ਹਿੱਸੇ ਚ ਆਈ ਜ਼ਿੰਦਗੀ ਉਹ ਜੀ ਲਵੇ ਰੱਜ ਕੇ, ਉਹਦੇ ਹਿੱਸੇ ਚ ਆਈ ਜ਼ਿੰਦਗੀ ਉਹ ਜੀ ਲਵੇ ਰੱਜ ਕੇ, ਤਾਂ ਰੱਖੇ ਨੇੜਤਾ ਵਿੱਚ ਵੀ ਬਣਾ ਕੇ ਫਾਸਲੇ ਅਕਸਰ। ਇਹਦਾ ਆਖਰੀ ਹੈਗਾ ਕਿ ਜਿਨ੍ਹਾਂ ਦੇ ਚਾਨਣਾ ਤੋਂ ਫੈਲਿਆ ਮਸਿਆ ਤੋਂ ਵੱਧ ਹਨੇਰਾ। ਹਾਂ, ਇਹ ਬੜੇ ਕਮਾਲ ਦਾ ਸ਼ੇਅਰ ਹੈ। ਜਿਨ੍ਹਾਂ ਦੇ ਚਾਨਣਾ ਤੋਂ ਫੈਲਿਆ ਮਸਿਆ ਤੋਂ ਵੱਧ ਹਨੇਰਾ, ਸਾਡੇ ਵਕਤ ਵਿੱਚ ਸੂਰਜ ਅਜਿਹੇ ਵੀ ਚੜੇ ਅਕਸਰ। ਇਹ ਅੱਜ ਕੱਲ ਸਾਡੇ ਸਿਸਟਮ ਚ ਹੋ ਰਿਹਾ ਹੈ, ਇਹ ਸਾਡੇ ਰਾਜਨੀਤਿਕ ਸੱਚਾਈ ਵੀ ਹੈ, ਸੋਸ਼ਲ ਸੱਚਾਈ ਵੀ ਹੈ। ਪਿਆਰੇ ਦਰਸ਼ਕੋ, ਵਕਤ ਇੱਕ ਛੋਟੇ ਵਕਫੇ ਦਾ ਹੋਇਆ, ਮਿਲਦੇ ਬ੍ਰੇਕ ਦੇ ਅਗਲੇ ਦੇ ਪਾਰ। ਬ੍ਰੇਕ ਦੇ ਇਸ ਪਾਰ ਤੁਹਾਡਾ ਮੁੜ ਤੋਂ ਸਵਾਗਤ ਹੈ। ਪਿਆਰੇ ਦਰਸ਼ਕੋ, ਕਿਸੇ ਇੱਕ ਤਕਨੀਕੀ ਕਾਰਨ ਕਰਕੇ
ਸਾਨੂੰ ਸਾਡਾ ਜਿਹੜਾ ਬੈਕਗ੍ਰਾਉਂਡ ਆ ਉਹ ਬਦਲਣਾ ਪਿਆ, ਕਿਉਂਕਿ ਇਹ ਸਟੂਡੀਓ ਸ਼ੂਟ ਨਹੀਂ ਹੈ। ਨਹੀਂ ਤਾਂ ਅਕਸਰ ਤੁਸੀਂ ਵੇਖਦੇ ਹੋ ਕਿ ਸਟੂਡੀਓ ਦੇ ਵਿੱਚ ਸਾਡੇ ਕੋਲ ਸਾਡੇ ਸਤਿਕਾਰਤ ਮਹਿਮਾਨ ਆਉਂਦੇ ਆ। ਅਸੀਂ ਆਊਟਡੋਰ ਆਏ ਹੋਏ ਸੀ, ਇਸ ਕਰਕੇ ਇੱਕ ਛੋਟੀ ਜਿਹੀ ਟੈਕਨੀਕਲ ਦਿੱਕਤ ਕਰਕੇ ਸਾਨੂੰ ਆਪਣਾ ਸੈਟਅਪ ਜਿਹੜਾ ਉਹ ਚੇਂਜ ਕਰਨਾ ਪਿਆ। ਉਮੀਦ ਹੈ ਕਿ ਤੁਸੀਂ ਇਸ ਗੱਲ ਦੀ ਸਾਨੂੰ ਜ਼ਰੂਰ ਮਾਫੀ ਦਿਓਗੇ। ਸਾਹਿਤਕ ਤੰਦ ਅਸੀਂ ਵਾਹਿਦ ਹੋਰਾਂ ਨਾਲ ਪਾਈ ਹੋਈ ਆ। ਬੜਾ ਸੋਹਣਾ ਜ਼ਿੰਦਗੀ ਦਾ ਖੂਬਸੂਰਤ ਸਫ਼ਰ ਚੱਲ ਰਿਹਾ ਤੇ ਉਸ ਸਫ਼ਰ ਨੂੰ ਫਿਰ ਤੋਂ ਜੋੜਦੇ ਆ, ਸਾਹਿਤ ਦੀ ਸਾਹਿਤਕਾਰੀ ਨੂੰ ਫਿਰ ਤੋਂ ਜੋੜਦੇ ਆ। ਵਾਹਿਦ ਹੁਣ ਪਰਿਵਾਰ ਕੀ ਸੋਚਦਾ ਵੀ ਸਾਡੇ ਮੁੰਡੇ ਨੂੰ ਠੀਕ ਠਾਕ ਲੋਕ ਜਾਣਨ ਲੱਗ ਗਏ, ਮਤਲਬ ਇਦਾਂ ਦਾ ਕੁਝ ਉਹਨਾਂ ਦੇ ਮਨ 'ਚ? ਹਾਲਾਂਕਿ ਉਹ ਕਵੀਆਂ ਲਈ ਥੋੜਾ ਜਿਹਾ ਵੱਖਰਾ ਹੁੰਦਾ ਕਿ ਫਿਲਮ ਐਕਟਰ ਹੁੰਦੇ ਨੇ ਜਿਹੜੇ ਉਹ ਕੈਮਰੇ ਤੇ ਆਉਂਦੇ ਨੇ, ਅਕਸਰ ਸਕਰੀਨਾਂ ਤੇ ਆਉਂਦੇ ਨੇ, ਗਾਉਣ ਵਾਲੇ ਟੀਵੀ ਤੇ ਦਿਖਦੇ ਆ, ਠੀਕ ਹੈ, ਤੇ ਕਵੀਆਂ ਨੇ ਤਾਂ ਸਟੇਜ ਤੇ ਜਾਣਾ ਹੁੰਦਾ। ਸਾਡੇ ਤਾਂ ਸਾਹਿਤਕ ਸਮਾਗਮ ਹੋਰ ਕਿਸਮ ਦੇ ਹੁੰਦੇ ਨੇ, ਪਰ ਮਾਪਿਆਂ ਨੂੰ ਕੁਝ ਹੁਣ ਬਦਲਾਅ, ਕੁਝ ਮਾਣ ਮਹਿਸੂਸ ਹੋ ਰਿਹਾ? ਹਾਂਜੀ ਬਿਲਕੁਲ। ਉਹ ਇਸ ਤਰ੍ਹਾਂ ਵੀ ਮੰਨ ਲਓ ਜਿਵੇਂ ਕਈ ਵਾਰੀ ਸਾਡੇ ਆਪਾਂ ਦੇਖਦੇ ਹਾਂ ਕਿ ਟੀਵੀ ਤੇ ਜਲੰਧਰ ਦੂਰਦਰਸ਼ਨ ਦੇ ਉੱਪਰ ਕਿਸੇ ਪੁਰਾਣੇ ਲੇਖਕ ਦੀ ਜਾਂ ਕਿਸੇ ਦੀ ਵੀ ਕੋਈ ਇੰਟਰਵਿਊ ਚੱਲ ਰਹੀ ਹੈਗੀ, ਤਾਂ ਮੈਨੂੰ ਪਤਾ ਕਿ ਮਾਤਾ ਨੇ ਭੱਜ ਕੇ ਮੈਨੂੰ ਬੁਲਾ ਕੇ ਲੈ ਜਾਣਾ ਵੀ ਦੇਖੀ ਉਹ ਕਿਤਾਬਾਂ ਲਿਖਣ ਵਾਲਾ ਬਾਈ ਆ ਰਿਹਾ ਹਾਂ। ਹੁਣ ਉਹਨੂੰ ਮਾਣ ਹੋ ਰਿਹਾ ਕਿ ਸਾਡਾ ਬੰਦਾ ਸਾਡਾ ਪੁੱਤਰ ਕਿਤਾਬਾਂ ਲਿਖ ਰਿਹਾ। ਉਸ ਤੋਂ ਬਾਅਦ ਮਤਲਬ ਇਦਾਂ ਹੁੰਦਾ ਵੀ ਜਿਵੇਂ ਤੁਹਾਨੂੰ ਮਾਨ ਸਨਮਾਨ ਮਿਲਦੇ ਨੇ ਨਾ, ਲੋਕ ਤੁਹਾਨੂੰ ਜਾਣਦੇ ਨੇ ਕਿ ਇਹਨਾਂ ਚੀਜ਼ਾਂ ਦਾ ਵੀ ਚਲੋ ਉਹਨਾਂ ਨੂੰ ਥੋੜਾ ਜਿਹਾ ਇੱਕ ਹੁੰਦਾ ਵੀ ਸਾਡਾ ਜਿਹੜਾ ਬੱਚਾ ਉਹ ਕਿਸੇ ਸਹੀ ਦਿਸ਼ਾ ਦੇ ਵਿੱਚ ਹੀ ਹੈ, ਕੋਈ ਕਿਸੇ ਗਲਤ ਟਰੈਕ ਤੇ ਨਹੀਂ ਹੈ, ਤਾਂ ਉਹਨਾਂ ਨੂੰ ਥੋੜਾ ਹੈ ਮਾਨ ਹੁੰਦਾ ਮੇਰੇ ਖਿਆਲ 'ਚ। ਮੁਤਾਸਰ ਕਿਸ ਤੋਂ ਹੋ ਰਹੇ ਹੋ ਜਾਂ ਕਿਸ ਕਿਸਮ ਦਾ ਜਿਹੜੀ ਸਾਹਿਤ ਸਿਰਜਣਾ ਹੈ ਉਹ ਤੁਸੀਂ ਚਾਹੁੰਦੇ ਹੋ? ਕਿਉਂਕਿ ਹਾਲੇ ਸਾਡੇ ਕੋਲੇ ਬਹੁਤ ਕੁਝ ਪਿਆ ਹੈ, ਹਜੇ ਸਮਾਂ ਬਹੁਤ ਪਿਆ ਸਾਡੇ ਕੋਲੇ, ਹੋਰ ਬੜਾ ਕੁਝ ਪਿਆ ਹੈ। ਕਿਸ ਵਰਗੀ ਸਿਨਫਾਂ ਦੀ ਰਚਨਾਵਾਂ ਕਰਨੀ ਚਾਹੁੰਦੇ ਹੋ? ਹਾਂ, ਤੇ ਅਸਲ 'ਚ ਮੈਨੂੰ ਲੱਗਦਾ ਹੈ ਕਿ ਬੰਦੇ ਦੇ ਨਾ ਟਾਈਮ ਟੂ ਟਾਈਮ ਜਿਹੜੇ ਉਹਦੇ ਰੋਲ ਮਾਡਲ ਨੇਗੇ ਉਹ ਬਦਲਦੇ ਰਹਿੰਦੇ ਨੇ। ਸ਼ੁਰੂਆਤ ਦੇ ਵਿੱਚ ਲੱਗਦਾ ਸੀ ਵੀ ਡਾਕਟਰ ਜਗਤਾਰ ਵਰਗੀ ਗਜ਼ਲ ਜਿਹੜੀ ਆ ਉਹ ਲਿਖਣੀ ਆ, ਹਾਲਾਂਕਿ ਮੇਰੇ ਲਈ ਅੱਜ ਵੀ ਉਹ ਨਹੀਂ ਸਤਿਕਾਰ ਦੇ ਪਾਤਰ ਨੇਗੇ। ਉਰਦੂ ਦੇ ਵਿੱਚੋਂ ਲੱਗਦੇ ਸੀ ਵੀ ਮਿਰਜ਼ਾ ਗਾਲਿਬ ਜਿਹੜੇ ਨੇ ਉਹ ਸਾਡੇ ਬਹੁਤ ਕਮਾਲ ਦੇ ਗਜ਼ਲ ਕਮਾਲ। ਤਾਂ ਪਿਛਲੇ ਇੱਕ ਸਮੇਂ ਤੋਂ ਮੈਂ ਇਸ ਸਵਾਲ ਨਾਲ ਜਦੋਜਹਿਦ ਕਰ ਰਿਹਾ ਕਿ ਵੀ ਆਖਿਰ ਚਾਹੁੰਦਾ ਕੀ ਆ ਮੈਂ। ਇਹ ਸਵਾਲ ਆਪਣੇ ਆਪ ਨਾਲ ਹੈ ਕਿ ਵੀ ਮੈਂ ਕਿਸ ਵਰਗਾ ਮਤਲਬ ਲਿਖਣਾ ਚਾਹੁੰਦਾ। ਤਾਂ ਮੈਨੂੰ ਲੱਗਿਆ ਕਿ ਅਸਲ ਦੇ ਵਿੱਚ ਬੰਦੇ ਨੇ ਆਪਣੇ ਵਰਗਾ ਹੀ ਲਿਖਣਾ ਹੁੰਦਾ, ਤੇ ਆਪਣੇ ਵਰਗਾ ਉਹ ਉਦੋਂ ਹੀ ਲਿਖ ਪਾਉਂਦਾ ਹੁੰਦਾ ਜਦੋਂ ਆਪਣੇ ਅੰਦਰ ਪਏ ਗੁੰਝਲਾਂ, ਕੰਪਲੈਕਸ ਜੋ ਵੀ ਅੰਦਰ ਉਹਦੇ ਪਈਆਂ ਨੇਗੀਆਂ ਉਹਨਾਂ ਤੋਂ ਉਹ ਪਾਰ ਹੋ ਜਾਂਦਾ ਜਾਂ ਉਹਨਾਂ ਤੋਂ ਮੁਕਤ ਹੋ ਜਾਂਦਾ ਇੱਕ ਤਰ੍ਹਾਂ ਨਾਲ। ਤਾਂ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਅੱਜ ਇਹ ਲੱਗਦਾ ਕਿ ਮੈਨੂੰ ਫਲਾਣੇ ਵਰਗਾ ਲਿਖਣਾ ਚਾਹੀਦਾ। ਹਾਂ, ਸਾਨੂੰ ਪ੍ਰਭਾਵਿਤ ਕਰਦੀ ਹੈ ਕਿਸੇ ਬੰਦੇ ਦੀਆਂ। ਮੈਨੂੰ ਗੁਰਤੇਜ ਕਾਹਰਵਾਲੇ ਹੋਰਾਂ ਦੀ ਗਜ਼ਲ ਜਿਹੜੀ ਹੈ ਪੰਜਾਬੀ ਦੇ ਵਿੱਚ ਬਹੁਤ ਪ੍ਰਭਾਵਿਤ ਕਰਦੀ ਹੈ। ਮੈਨੂੰ ਜਗਵਿੰਦਰ ਜੋਧੇ ਹੋਰਾਂ ਦੀ ਜਾਂ ਵਿਜੇ ਵਿਵੇਕ ਹੋਰਾਂ ਦੇ, ਮੈਨੂੰ ਇਹਨਾਂ ਦਾ ਕਿਸੇ ਦਾ ਕੋਈ ਚੀਜ਼ ਚੰਗੀ ਲੱਗਦੀ ਆ। ਮਤਲਬ ਮੈਨੂੰ ਲੱਗਦਾ ਕਿ ਜਿਹਨੂੰ ਅਸੀਂ ਬਿਰਹਾ ਕਹਿੰਦੇ ਆ ਜਾਂ ਜਿਹੜੀ ਹੂਕ ਹੈ ਜਿਹੜੀ, ਮਤਲਬ ਉਹ ਸਾਡੇ ਕੋਲੇ ਜੇ ਅੱਜ ਦੇ ਸਮੇਂ 'ਚ ਅਸੀਂ ਦੇਖਣਾ ਹੋਵੇ ਤਾਂ ਉਹ ਵਿਜੇ ਵਿਵੇਕ ਵਰਗੀ ਨਹੀਂ ਹੈ। ਕੀ ਬਾਤ ਹੈ। ਤੁਸੀਂ ਤਿੰਨੇ ਨਾਮ ਜਿਹੜੇ ਲਏ ਨੇ ਨਾ, ਗੁਰਤੇਜ ਕਾਹਰਵਾਲਾ, ਜਗਵਿੰਦਰ ਜੋਧਾ ਔਰ ਵਿਜੇ ਵਿਵੇਕ, ਹਾਂ ਮਤਲਬ ਇਹ ਇਹਨਾਂ ਦਾ ਇੱਕ ਆਪਣਾ ਮਤਲਬ ਜਿਹੜਾ ਹੈਗਾ ਉਹ ਵੀ ਤੁਸੀਂ, ਮੈਨੂੰ ਲੱਗਦਾ ਕਿ ਮੈਂ ਪ੍ਰਭਾਵਿਤ ਹਾਂ ਬਹੁਤ ਸਾਡੇ ਤੇ ਸਮੇਂ ਤੇ ਪ੍ਰਭਾਵ। ਬਿਲਕੁਲ ਇਸ ਗੱਲ ਦੀ ਕੋਈ ਮਤਲਬ ਉਹ ਨਹੀਂ ਹੈਗੀ। ਇਸ ਤਰ੍ਹਾਂ ਉਰਦੂ ਦੇ ਵਿੱਚ ਬਹੁਤ ਸਾਰੇ ਨਾਮ ਨੇ ਹੈਗੇ। ਮੈਨੂੰ ਕੋਈ ਸਮਾਂ ਸੀਗਾ ਜਦੋਂ ਮਤਲਬ ਗਾਲਿਬ ਤਾਂ ਚਲੋ ਸਦਾ ਬਹਾਰ ਜੀ, ਬਿਲਕੁਲ ਨਿਦਾ ਫਾਜ਼ਲੀ ਹੋਰਾਂ ਦਾ ਆਪਣਾ ਸਟਾਈਲ ਹੈ ਨਾ, ਬਸ਼ੀਰ ਬਦਰ ਹੋਰੀ, ਸਾਹਿਰ ਲੁਧਿਆਣਵੀ ਸਾਹਿਬ, ਫੈਜ਼ ਅਹਿਮਦ ਫੈਜ਼। ਤਾਂ ਇਹ ਉਹ ਸਾਰੇ ਲੋਕ ਨੇਗੇ ਵੀ ਜਿਹੜੇ ਮਤਲਬ ਸਾਨੂੰ ਕਿਸੇ ਨਾ ਕਿਸੇ ਪੱਖ ਤੋਂ, ਕਿਸੇ ਦਾ ਕੋਈ ਪੱਖ ਹੈ, ਕਿਸੇ ਦਾ ਕੋਈ ਪੱਖ ਹੈਗਾ, ਤਾਂ ਮੈਨੂੰ ਲੱਗਦਾ ਹੁੰਦਾ ਕਿ ਜੋ ਸੰਜਮ, ਜੋ ਇੱਕ ਤਰ੍ਹਾਂ ਨਾਲ ਠਹਿਰਾ, ਇੱਕ ਸਹਿਜਤਾ ਤੁਹਾਨੂੰ ਗੁਰਤੇਜ ਕਾਹਰਵਾਲੇ ਹੋਰਾਂ 'ਚ ਮਿਲੂਗੀ। ਉਹ ਤੁਹਾਨੂੰ, ਮੈਨੂੰ ਨਹੀਂ ਲੱਗਦਾ ਕਿਸੇ, ਹੋ ਸਕਦਾ ਮੇਰਾ ਕੋਈ ਹੋਰ ਪੱਖ ਹੋਵੇ ਦੇਖਣ ਦਾ, ਤਾਂ ਕਿਸੇ ਕੋਈ ਨਾ ਕੋਈ ਪੱਖ ਸਾਨੂੰ ਹਰ ਬੰਦੇ ਦਾ ਇੱਕ ਤਰ੍ਹਾਂ ਨਾਲ ਅਟਰੈਕਟ ਕਰਦਾ। ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਬੰਦਾ ਜਿਹੜਾ ਇੱਕ ਬੰਦਾ ਬਣਦਾ, ਕਵੀ ਬਣਦਾ, ਉਹ 'ਚ ਥੋੜਾ ਬਹੁਤ ਸਾਰੇ ਲੋਕਾਂ ਦਾ ਯੋਗਦਾਨ ਹੁੰਦਾ। ਕਿਸੇ ਦਾ ਕਿਸੇ ਤੋਂ ਭਾਸ਼ਾ ਲੈ ਰਿਹਾ ਹੁੰਦਾ, ਕਿਤੋਂ ਉਹ ਅਨੁਭਵ ਲੈ ਰਿਹਾ ਹੁੰਦਾ, ਕਿਸੇ ਤੋਂ ਉਹ ਲਿਖਣ ਦਾ ਤਰੀਕਾ ਸਿੱਖ ਰਿਹਾ ਹੁੰਦਾ, ਕਿਸੇ ਤੋਂ ਆਪਣੇ ਗੱਲ ਨੂੰ ਕਹਿਣ ਦੀ ਜਾਂਚ ਸਿੱਖ ਰਿਹਾ ਹੁੰਦਾ। ਸੋ ਕਵੀ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕੁਝ ਨਹੀਂ ਹੁੰਦਾ, ਬਹੁਤ ਸਾਰੇ ਲੋਕਾਂ ਦਾ ਪੂਰੇ ਦਾ ਇੱਕ ਸਮੁੱਚ ਹੁੰਦਾ ਹੈ। ਤਾਂ ਹੁਣ ਜਿਹੜਾ ਸਵਾਲ ਹੈ ਕਿ ਕਿਹਦੇ ਵਰਗਾ ਮਤਲਬ ਬਣਨਾ ਚਾਹੁੰਦਾ, ਮੈਨੂੰ ਲੱਗਦਾ ਵੀ ਮੈਂ ਤਾਂ ਸਿਰਫ ਆਪਣੇ ਆਪ ਵਰਗਾ ਹੀ ਬਣਨਾ। ਸਭ ਤੋਂ ਮੇਰੇ ਖਿਆਲ 'ਚ ਇਹ ਉੱਤਰ ਕੰਪਲੀਟ ਉੱਤਰ ਹੈ ਕਿ ਸਾਨੂੰ
ਸਵੈ ਵਰਗਾ ਜਾਂ ਸਵੈ ਹੀ ਹੋਣਾ ਚਾਹੀਦਾ, ਬਾਹਰ ਹੀ ਤਾਂ ਫਿਰ ਅਸੀਂ ਬਾਹਰ ਹੀ ਹੋ ਜਾਂਦੇ ਹਾਂ ਨਾ। ਬਈ ਮੈਂ ਚਾਹੁੰਦਾ ਕਿ ਤੁਸੀਂ ਆਪਣੀ ਡਾਇਰੀ ਚੋਂ ਕੁਝ ਸੁਣਾਓ, ਜਾਂ ਡਾਇਰੀ ਚੋਂ ਜਾਂ ਤੁਹਾਡੀ ਪੁਸਤਕ ਦੇ ਵਿੱਚੋਂ ਜੀ ਕਿਸੇ ਸਨਫ ਦੀ ਸਾਂਝ ਪਾਈਏ, ਕਿਸੇ ਰਚਨਾ ਦੀ ਸਾਂਝ ਪਾਈਏ ਖਾਸ ਤੌਰ ਤੇ। ਮੈਂ ਜਿਹੜੀਆਂ ਮਤਲਬ ਇਹ ਨਵੀਆਂ ਹੀ ਜਿਹੜੀਆਂ ਨੇਗੀਆਂ ਮਤਲਬ ਕਵਿਤਾਵਾਂ ਨੇਗੀਆਂ, ਤੇ ਮੈਂ ਗਜ਼ਲ ਜਿਹੜੀ ਬਾਹਰ ਹੀ ਕਰੀ ਹੋਈ ਹੈ, ਪਹਿਲਾਂ ਮੈਂ ਇਹੀ ਸੁਣਾ ਦਿੰਦਾ ਤੁਹਾਨੂੰ। ਇਹ ਸਾਰੀਆਂ ਜਿਹੜੀਆਂ ਹੈਗੀਆਂ ਕਿਤਾਬ ਤੋਂ ਬਾਅਦ ਦੀਆਂ ਨੇ। ਇਹਦਾ ਮਤਲਬ ਹੈ ਕਿ ਹਾਂ, ਇਹਦਾ ਮਤਲਬ ਹੈ ਕਿ ਸਹੀ ਸਮੇਂ ਤੇ ਹੀ ਜੇਕਰ ਵਿਛੜ ਗਏ ਹੁੰਦੇ, ਸਹੀ ਸਮੇਂ ਤੇ ਹੀ ਜੇਕਰ ਵਿਛੜ ਗਏ ਹੁੰਦੇ, ਤਾਂ ਆਪੋ ਆਪਣੀ ਥਾਂ ਜਾ ਕੇ ਜੁੜ ਗਏ ਹੁੰਦੇ। ਬਹੁਤ ਕਮਾਲ। ਸਹੀ ਸਮੇਂ ਤੇ ਹੀ ਜੇਕਰ ਵਿਛੜ ਗਏ ਹੁੰਦੇ, ਤਾਂ ਆਪੋ ਆਪਣੀ ਥਾਂ ਜਾ ਕੇ ਜੁੜ ਗਏ ਹੁੰਦੇ। ਰਹੇ ਵਹਾਅ 'ਚ ਤਾਂ ਨਿਤਰੇ ਰਹੇ ਹਮੇਸ਼ਾ ਹੀ, ਰਹੇ ਵਹਾਅ 'ਚ ਤਾਂ ਨਿਤਰੇ ਰਹੇ ਹਮੇਸ਼ਾ ਹੀ, ਕਿਤੇ ਕਿਨਾਰੇ ਜੇ ਹੁੰਦੇ ਤਾਂ ਹੜ ਗਏ ਹੁੰਦੇ। ਕੀ ਬਾਤ। ਇਹ ਹੋਂਦ ਗਲ ਕੇ ਕਿਸੇ ਬੀਜ ਦੀ ਪਨਾਹ ਬਣਦੀ, ਇਹ ਹੋਂਦ ਗਲ ਕੇ ਕਿਸੇ ਬੀਜ ਦੀ ਪਨਾਹ ਬਣਦੀ, ਜੇ ਮੋਹ ਤਿਆਗ ਕੇ ਟਾਣੀ ਤੋਂ ਝੜ ਗਏ ਹੁੰਦੇ। ਇਹ ਹੋਂਦ ਗਲ ਕੇ ਕਿਸੇ ਬੀਜ ਦੀ ਪਨਾਹ ਬਣਦੀ, ਜੇ ਮੋਹ ਤਿਆਗ ਕੇ ਟਾਣੀ ਤੋਂ ਝੜ ਗਏ ਹੁੰਦੇ। ਹਾਏ ਕੀ ਬਾਤ ਹੈ। ਈਮਾਨ ਮੋਹ ਸਾਨੂੰ ਜੀ ਝੜਨ ਨਹੀਂ ਦਿੰਦਾ ਹੈ ਨਾ, ਮੋਹ ਨਹੀਂ, ਬਿਲਕੁਲ ਬਿਲਕੁਲ। ਕਿ ਈਮਾਨ ਸ਼ਬਦ ਹੈ ਤੇ ਸ਼ਬਦ ਆਪ ਹੁਦਰੇ ਨੇ, ਈਮਾਨ ਸ਼ਬਦ ਹੈ ਤੇ ਸ਼ਬਦ ਆਪ ਹੁਦਰੇ ਨੇ, ਜ਼ਿਆਦਾ ਸੋਚਦੇ ਘੱਟ ਤੋਂ ਵੀ ਥੁੜ ਗਏ। ਕੀ ਬਾਤ। ਉਹਦਾ ਆਖਰੀ ਸ਼ੇਰ ਹੈਗਾ ਕਿ ਸ਼ਰਾਫਤਾਂ ਵੀ ਜਿਵੇਂ ਮੂੰਹ ਚਿੜਾਉਣ ਲੱਗੀਆਂ ਨੇ। ਬਿਲਕੁਲ, ਮੈਨੂੰ ਬੜਾ ਅੱਛਾ ਲੱਗਿਆ ਸ਼ੇਰ ਇਹ। ਸ਼ਰਾਫਤਾਂ ਵੀ ਜਿਵੇਂ ਮੂੰਹ ਚਿੜਾਉਣ ਲੱਗੀਆਂ ਨੇ, ਕਿ ਕੁਝ ਤਾਂ ਖੱਟ ਦੇ ਜੇਕਰ ਵਿਗੜ ਗਏ ਹੁੰਦੇ। ਵਿਗੜੇ ਨਹੀਂ ਹਾਂ ਤਾਂ ਚੰਗੇ ਰਹਿ ਗਏ। ਸਹੀ ਸਮੇਂ ਤੇ ਹੀ ਜੇਕਰ ਵਿਛੜ ਗਏ ਹੁੰਦੇ, ਤਾਂ ਆਪੋ ਆਪਣੀ ਥਾਂ ਜਾ ਕੇ ਜੁੜ ਗਏ। ਬਾਈ ਪ੍ਰੋਗਰਾਮ ਨੂੰ ਨਾ ਸਮਾਪਤੀ ਵੱਲ ਲੈ ਕੇ ਜਾ ਰਹੇ ਹਾਂ। ਮੈਨੂੰ ਨਾ ਬੜੇ ਸਾਰੇ ਨਵੇਂ ਗੀਤਕਾਰ ਮਿਲਦੇ ਆ। ਆਪਣਾ ਵੀ ਇੱਕ ਸੱਜਣ ਰੰਗਲਾ ਆਪਣੇ ਨਾਲ ਆਇਆ ਹੋਇਆ, ਉਹ ਵੀ ਗੀਤਕਾਰ ਹੈ ਹਨਾ। ਕਈ ਗੀਤਕਾਰ ਮੈਨੂੰ ਇਹ ਕਹਿੰਦੇ ਕਿ ਯਾਰ ਪੜ੍ਹਨ ਦੀ ਲੋੜ ਨਹੀਂ ਹੈ। ਉਹਦੇ ਵਿੱਚ ਕਈ ਗਾਇਕ ਵੀ ਨੇ ਜਿਹੜੇ ਆਪੂ ਗੀਤਕਾਰ ਵੀ ਨੇ, ਆਪੂ ਗਾਇਕ ਵੀ ਨੇ ਹਨਾ, ਔਰ ਬਹੁਤ ਹਿੱਟ ਵੀ ਨੇ। ਲੋਕ ਉਹਨਾਂ ਨੂੰ ਸੁਣਦੇ ਆ, ਵਪਾਰਕ ਪੱਖ ਤੋਂ ਬੜੇ ਕਾਮਯਾਬ ਨੇ। ਉਹ ਕਹਿੰਦੇ ਯਾਰ ਪੜ੍ਹਨ ਦੀ ਕੀ ਲੋੜ ਹੁੰਦੀ ਆ। ਇਹ ਤਾਂ ਕਹਿੰਦੇ ਵੀ ਅਸੀਂ ਤਾਂ, ਸਾਡੀ ਤਾਂ ਪ੍ਰੈਕਟਿਸ ਹੀ ਇੰਨੀ ਹੈ ਵੀ ਜਦ ਚੱਕ ਲਿਆ ਪੈਨ ਜਾਂ ਜਦੋਂ ਚੱਕ ਲਿਆ ਫੋਨ ਤੇ ਤਾਂ ਠਾਹ ਦੇਣੇ ਗਾਣਾ ਲਿਖ ਦੇਣਾ, ਜੋ ਹਿੱਟ ਕਰਾ ਦੇਣਾ ਹੁੰਦਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਕਿੰਨਾ ਲਾਜ਼ਮੀ ਹੈ ਆਪਣੇ ਆਪ ਨੂੰ ਨਿਖਾਰਨ ਲਈ ਜਾਂ ਕਾਮਯਾਬ ਹੋਣ ਲਈ ਪੜ੍ਹਨਾ? ਇੱਕ ਤਾਂ ਸਾਹਿਤ ਦਾ ਸਟੂਡੈਂਟ ਹੋਣ ਦੇ ਨਾਤੇ, ਕਿਉਂਕਿ ਮੇਰੀ ਸਟੱਡੀ ਵੀ ਮਤਲਬ ਸਾਰੀ ਸਾਹਿਤ ਦੇ ਨਾਲ ਜੁੜੀ ਹੋਈ ਆ, ਤਾਂ ਮੈਨੂੰ ਲੱਗਦਾ ਕਿ ਲੇਖਕ ਹੋਣਾ ਜਾਂ ਨਾ ਹੋਣਾ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਪਾਠਕ ਹੋਣਾ ਬਹੁਤ ਵੱਡੀ ਗੱਲ ਆ। ਮੈਨੂੰ ਲੱਗਦਾ ਕਿ ਪੜ੍ਹਨ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ, ਲਿਖੇ ਤੋਂ ਬਿਨਾਂ ਸਰ ਸਕਦਾ। ਹਾਲਾਂਕਿ ਸਾਡੇ ਕੋਲੇ ਕਿਤਾਬ ਕਲਚਰ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਉਸ ਤਰ੍ਹਾਂ ਦਾ ਨਹੀਂ ਬਣ ਪਾਇਆ ਕਿ ਅਸੀਂ ਹਰ ਰੋਜ਼ ਇਸ ਤਰ੍ਹਾਂ ਸੋਈਏ ਕਿ ਸਾਨੂੰ ਇਦਾਂ ਲੱਗੇ ਵੀ ਅਗਰ ਅੱਜ 40-50 ਪੇਜ ਨਹੀਂ ਪੜ੍ਹੇ ਗਏ ਤਾਂ ਸਾਨੂੰ ਬੇਚੈਨੀ ਹੋ ਜੇ ਹਨਾ, ਵੀ ਅਸੀਂ ਅੱਜ ਕੋਈ ਕੰਮ ਨਹੀਂ ਕਰ ਪਾਏ। ਪਰ ਸਾਡੇ ਉਲਟਾ ਹੈ, ਸਾਡੇ ਮਤਲਬ ਚੀਜ਼ਾਂ ਉਲਟ ਚੱਲਦੀਆਂ ਨੇਗੀਆਂ। ਸਾਨੂੰ ਇਹ ਲੱਗਦਾ ਕਿ ਅਸੀਂ ਬਿਨਾਂ ਪੜ੍ਹੇ ਕੁਝ ਵੀ ਕ੍ਰੀਏਟ ਕਰ ਸਕਦੇ ਹਾਂ। ਤਾਂ ਇਹ ਉਸੇ ਤਰ੍ਹਾਂ ਦੀ ਧਾਰਨਾ ਜਿਹੜੇ ਕਹਿੰਦੇ ਨੇ ਕਿ ਵੀ ਚੀਜ਼ਾਂ ਖਲਾ ਚੋਂ ਪੈਦਾ ਹੁੰਦੀਆਂ। ਬੰਦੇ ਦੇ ਗਿਆਨ ਨੇ ਹੀ, ਉਹਦੇ ਐਕਸਪੀਰੀਅੰਸ ਨੇ ਹੀ, ਉਹਦੇ ਅਨੁਭਵ ਨੇ ਹੀ ਐਕਸਪ੍ਰੈਸ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋਣਾ ਹੁੰਦਾ। ਸੋ ਮੈਂ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰੂੰਗਾ, ਪਰ ਮੈਨੂੰ ਨਿੱਜੀ ਤੌਰ ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਅਗਰ ਪੜ੍ਹਨਾ ਬੰਦ ਕਰਦਾ ਬੰਦਾ ਤਾਂ ਉਹਦੀ ਗਰੋਥ ਰੁਕ ਜਾਂਦੀ ਹੈ। ਬਿਲਕੁਲ, ਕ੍ਰੀਏਸ਼ਨ ਖਤਮ ਹੋ ਜਾਂਦੀ ਹੈ, ਰਿਪੀਟ ਹੋਣਾ ਸ਼ੁਰੂ ਹੋ ਜਾਂਦਾ। ਮੈਂ ਖੁਦ ਅਨੁਭਵ ਕੀਤੀਆਂ ਨੇ ਗੱਲਾਂ। ਤੁਸੀਂ ਲਿਖਣ ਵਾਸਤੇ ਨਹੀਂ ਪੜ੍ਹਨਾ ਹੁੰਦਾ, ਆਪਣੇ ਆਪ ਨੂੰ ਨਿਖਾਰਨ ਲਈ, ਆਪਣੇ ਗਿਆਨ ਨੂੰ ਵਧਾਉਣ ਲਈ, ਆਲੇ ਦੁਆਲੇ ਨੂੰ ਹੋਰ ਬਿਹਤਰ ਤਰੀਕੇ ਨਾਲ ਸਮਝਣ ਲਈ ਹੀ ਪੜ੍ਹਨਾ ਹੁੰਦਾ ਬੰਦੇ ਨੇ। ਲਿਖਣਾ ਤਾਂ ਬਹੁਤ ਛੋਟਾ ਕੰਮ ਆ। ਅਗਰ ਪੜ੍ਹਨਾ ਨਹੀਂ ਆਉਂਦਾ ਤਾਂ ਲਿਖੇ ਦਾ ਕੋਈ ਮੁੱਲ ਨਹੀਂ, ਕੋਈ ਮੁੱਲ ਨਹੀਂ। ਮੈਨੂੰ ਇਹ ਲੱਗਦਾ। ਸਹੀ ਉੱਤਰ ਦਿੱਤਾ ਵਾਹਿਦ। ਵਕਤ ਕਹਿ ਰਹੇ ਕਿ ਹੁਣ ਰੁਕ ਜਾਓ, ਔਰ ਮੇਰੇ ਕੋਲੇ ਉਸ ਤੋਂ ਕਮਾਲ ਦਾ ਸ਼ੇਅਰ ਅੱਜ ਤੱਕ ਨਹੀਂ ਆਇਆ। ਮੈਂ ਵਾਹਿਦ ਨੂੰ ਬੇਨਤੀ ਕਰਾਂਗਾ ਕਿ ਮੈਨੂੰ ਇਸ ਦੇ ਲੈਵਲ ਦਾ ਕੋਈ ਸ਼ੇਅਰ ਦੇਵੇ ਤਾਂ ਕਿ ਮੈਂ ਪ੍ਰੋਗਰਾਮ ਨੂੰ ਜਦੋਂ ਸਮਾਪਤ ਕਰਨਾ ਹੁੰਦਾ ਤਾਂ ਉਸ ਵਕਤ ਮੈਂ ਇਸ ਸ਼ੇਅਰ ਤੋਂ ਜਾਂ ਇਹਨਾਂ ਸਤਰਾਂ ਤੋਂ ਬਿਹਤਰ ਜਾਂ ਇਹਨਾਂ ਵਰਗੀਆਂ ਕੁਝ ਹੋਰ ਸਤਰਾਂ ਜੇਕਰ ਮੇਰਾ ਕੋਈ ਸੱਜਣ ਮੈਨੂੰ ਲਿਖ ਕੇ ਦੇਵੇ ਤਾਂ ਖੁਸ਼ਾਮਦੀਦ ਜੀ ਆਇਆਂ ਨੂੰ ਹੋਵੇਗੀ। ਵਾਹਿਦ ਬਹੁਤ ਮਜ਼ਾ ਆਇਆ ਵੀਰੇ ਗੱਲ ਕਰਕੇ। ਉਮੀਦ ਹੈ ਕਿ ਤੁਹਾਨੂੰ ਵੀ ਅੱਛਾ ਲੱਗਿਆ। ਬਹੁਤ ਚੰਗਾ ਲੱਗਿਆ ਜੀ। ਚੰਗਾ ਲੱਗਿਆ? ਹਾਂਜੀ ਹਾਂ ਬਿਲਕੁਲ। ਪਹਿਲਾਂ ਥੋੜਾ ਜਿਹਾ ਡਰ ਰਹੇ ਸੀ। ਨਹੀਂ ਚਲੋ ਹੁੰਦਾ ਹੀ ਆ ਵੀ ਇੱਕ ਤਾਂ ਮੈਂ ਕੈਮਰੇ ਤੇ ਮੈਨੂੰ ਪਤਾ ਵੀ ਗੱਲਾਂ ਕੁਝ ਹੋਰ ਤਰ੍ਹਾਂ ਦੀਆਂ ਹੋ ਜਾਂਦੀਆਂ ਹੁੰਦੀਆਂ ਨੇ। ਮੈਂ ਕਾਫੀ ਟਾਈਮ ਬਾਅਦ ਮਤਲਬ ਮੈਨੂੰ ਲੱਗਿਆ। ਤੇ ਦੂਸਰਾ ਆਪਾਂ ਇੱਕ ਤਾਂ ਮੈਂ 100-150 ਕਿਲੋਮੀਟਰ ਚੱਲ ਕੇ ਨਾ, ਮੌਸਮ ਗਰਮੀ ਸਾਡੇ ਸੁੱਖ ਨਾਲ ਇਸ ਤਰ੍ਹਾਂ ਇੰਨੀ ਜ਼ਿਆਦਾ ਹੈਗੀ ਵੀ
ਸੋ ਬਹੁਤ ਮੈਨੂੰ ਬੜਾ ਚੰਗਾ ਲੱਗਿਆ। शुक्रिया भाई। और वो कहते हैं कि वक्त की हर शय गुलाम, वक्त का हर शय पे राज, आदमी को चाहिए वक्त से डर कर रहे, क्या पता किस वक्त यारो वक्त का बदले मिजाज। इदों पहला वक्त का मिजाज बदले। असी तुहाडे तो विदा लैने वाहिद वालों ते मेरे वालों तुहानूं सारिआं नूं प्यार भरी सत श्री अकाल। जिउण पंजाबी ते जीवे पंजाब। सत श्री अकाल।